ਮਾਲਕ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜ਼ੂਰ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਹਜ਼ੂਰ ਦੀ ਕਿਰਪਾ ਨਾਲ ਆਰੰਭ ਹੋਈ ਸੀ। ਜਿਸ ਤਰ੍ਹਾਂ ਖਾਲਸਾ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਸਮੇਂ ਜਗਤ ਜਲੰਦੇ ਦਾ ਕਲਿਆਣ ਕਰਨ ਵਾਸਤੇ, ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ। ਜਿਸ ਸਮੇਂ ਹਜ਼ੂਰ ਨੇ ਪੂਰਬ ਦੀ ਦਿਸ਼ਾ ਨੂੰ ਪਿਆਨਾ ਕਰਨਾ ਸ਼ੁਰੂ ਕੀਤਾ, ਹਜ਼ੂਰ ਨੇ ਰਸਤੇ ਦੇ ਵਿੱਚ ਅਨੇਕਾਂ ਹੀ ਗੁਰਸਿੱਖਾਂ ਦਾ ਉਧਾਰ ਕੀਤਾ, ਜਿਨ੍ਹਾਂ ਦੇ ਮਨ ਵਿੱਚ ਬੜੇ ਬੜੇ ਲੰਮੇ ਸਮੇਂ ਤੋਂ ਲਾਲਸਾ ਸੀ, ਤਾਂਘ ਸੀ ਕਿ ਕਦੋਂ ਹਜ਼ੂਰ ਦੇ ਦਰਸ਼ਨ ਹੋਣ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਮਧਾਨ ਨਗਰ ਵਿਖੇ ਪਹੁੰਚਦੇ ਹਨ, ਉੱਥੇ ਭਾਈ ਮੇਹਾ ਜੀਆਂ ਦਾ ਜਿਸ ਤਰ੍ਹਾਂ ਪ੍ਰਸੰਗ ਆਉਂਦਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਕਵੀ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਦੇ ਹਨ, ਭਾਈ ਮੇਹਾ ਜੀ ਜਿਸ ਵਿੱਚ ਖਾਲਸਾ ਜੀ ਗੁਰਸਿੱਖੀ ਦਰਿਆ ਵਾਂਗੂ ਚੱਲਦੀ ਹੈ, ਮਹਾਰਾਜ ਜੀਆਂ ਦੇ ਚਰਨਾਂ ਦਾ ਭੌਰਾ ਹੈ। ਹਰ ਸਮੇਂ ਮਹਾਰਾਜ ਜੀਆਂ ਦੇ ਲੰਗਰਾਂ ਦੇ ਵਿੱਚ ਜਲ ਢੋਣ ਦੀ ਸੇਵਾ ਕਰਦਾ ਹੈ, ਅਣਥੱਕ ਸੇਵਾ ਕਰਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਸਭ ਸੇ ਸੇਵਕ ਕਰਮ ਕਠੋਰਾ, ਜਿਸ ਤਰ੍ਹਾਂ ਖਾਲਸਾ ਜੀ ਸੇਵਾ ਕਰਦੇ ਹੋਏ ਜੋ ਸੁਰਤਾ ਸੀ ਹਜ਼ੂਰ ਦੇ ਚਰਨਾਂ ਕਮਲਾਂ ਵਿੱਚ ਜੋੜੀ ਰੱਖਦਾ ਹੈ। ਜਿਸ ਤਰ੍ਹਾਂ ਸੇਵਾ ਕਰਦੇ ਕਰਦੇ ਸਿਰ ਦੇ ਉੱਪਰ ਗਾਗਰ ਰੱਖਦਾ ਸੀ, ਜਿਸ ਸਮੇਂ ਗਾਗਰ ਰੱਖਣ ਨਾਲ ਸੀਸ ਤੇ ਜ਼ਖਮ ਹੋ ਜਾਂਦਾ ਹੈ, ਫਿਰ ਖਾਲਸਾ ਜੀ ਉੱਪਰ ਈਨੂੰ ਰੱਖ ਕੇ ਜਿਸ ਤਰ੍ਹਾਂ ਫਿਰ ਉੱਪਰ ਗਾਗਰ ਚੱਕ ਕੇ ਫਿਰ ਸੰਗਤਾਂ ਦੇ ਵਾਸਤੇ ਜਲ ਢੋਇਆ ਕਰਦਾ ਸੀ। ਹਰ ਇੱਕ ਗੁਰਸਿੱਖ ਦੇ ਅੱਗੇ ਹੱਥ ਜੋੜ ਜੋੜ ਕੇ ਭਾਈ ਮੇਹਾ ਜੀ ਸੇਵਾ ਕਰਿਆ ਕਰਦੇ ਸਨ। ਜਿਸ ਸਮੇਂ ਜ਼ਖਮ ਵੱਧਦਾ ਗਿਆ, ਇਸ ਤਰ੍ਹਾਂ ਖਾਲਸਾ ਜੀ ਵੱਧਦਾ ਗਿਆ, ਪਰ ਹਜ਼ੂਰ ਦੇ ਸਿੱਖ ਨੇ ਸੇਵਾ ਨਾ ਸੀ ਛੱਡੀ। ਸੀਸ ਤੇ ਜ਼ਖਮ ਦੇ ਸਮੇਤ ਹੀ ਭਾਈ ਮੇਹਾ ਜੀ ਦਿਨ ਰਾਤ ਸੇਵਾ ਕਰਦੇ ਹਨ। ਅਤੇ ਖਾਲਸਾ ਜੀ ਜਦੋਂ ਜ਼ਖਮ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਆ ਜਾਂਦਾ ਹੈ ਕੀੜੇ ਪੈ ਜਾਂਦੇ ਹਨ, ਭਾਵ ਕਿਰਮ ਪੈ ਜਾਂਦੇ ਹਨ, ਜਿਸ ਸਮੇਂ ਫਿਰ ਵੀ ਖਾਲਸਾ ਜੀ ਐਸੀ ਪ੍ਰੀਤ ਹੈ ਗੁਰੂ ਦੇ ਸਿੰਘ ਦੇ ਵਿੱਚ, ਕਹਿੰਦਾ ਹੈ ਸੇਵਾ ਨਹੀਂ ਛੱਡਣੀ। ਇਹ ਸਰੀਰ ਦਾ ਕੀ ਹੈ, ਕਿਉਂਕਿ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ, ਪਰ ਖਾਲਸਾ ਜੀ ਉਹ ਫਿਰ ਜਦੋਂ ਨਾਮ ਸਭ ਤੋਂ ਉੱਤਮ ਸੇਵਾ ਹੈ, ਪਰ ਫਿਰ ਵੀ ਉਹ ਦੇਖਦੇ ਹਨ ਕਿ ਇਹ ਸਰੀਰ ਤਾਂ ਨਾਸ਼ਵੰਤ ਹੈ ਮਣਾ, ਇਹ ਸਰੀਰ ਨੂੰ ਵੀ ਗੁਰੂ ਦੀ ਸੇਵਾ ਵਿੱਚ ਲਾ ਕੇ ਕਲਿਆਣ ਕੀਤਾ ਜਾਵੇ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਣ, ਭਾਵ ਐਸੇ ਮੁਰਦਿਆਂ ਦੀ ਨਿਆਈ ਹੋ ਕੇ ਗੁਰੂ ਦੀ ਸੇਵਾ ਕੀਤੀ। ਜਿਸ ਸਮੇਂ ਮਾਤਾ ਨਾਨਕੀ ਜੀ ਕੀ ਦੇਖਦੇ ਹਨ, ਇੱਕ ਸਮਾਂ ਐਸਾ ਆ ਜਾਂਦਾ ਹੈ ਜਿਸ ਸਮੇਂ ਖਾਲਸਾ ਜੀ ਸੀਸ ਦੇ ਵਿੱਚੋਂ ਜਦੋਂ ਕੀੜੇ ਥੱਲੇ ਡਿੱਗ ਪੈਂਦੇ ਹਨ ਧਰਤੀ ਤੇ, ਜਦੋਂ ਉੱਪਰੋਂ ਸੀਸ ਤੋਂ ਗੁਰੂ ਕਾ ਸਿੱਖ ਇਹਨੂੰ ਲਾਉਂਦਾ ਹੈ, ਇਹ ਤਾਂ ਖਾਲਸਾ ਜੀ ਆਪਾਂ ਨੂੰ ਤਾਂ ਅਲਕਤ ਆਊਗੀ ਦੇਖਣ 'ਚ ਵੀ, ਪਰ ਉਹਨਾਂ ਦਾ ਤਾਂ ਪ੍ਰੇਮ ਹੈ, ਹੱਦ ਕਰ ਛੱਡਦੇ ਹਨ। ਜਿਸ ਸਮੇਂ ਕੀੜੇ ਥੱਲੇ ਡਿੱਗੇ, ਮਾਤਾ ਨਾਨਕੀ ਜੀ ਕੀ ਦੇਖਦੀ ਹੈ, ਉਸੇ ਤਰ੍ਹਾਂ ਕੀੜੇ ਚੱਕ ਕੇ ਆਪਣੇ ਸਿਰ ਦੇ ਵਿੱਚ ਫਿਰ ਰੱਖ ਲੈਂਦਾ ਹੈ। ਤਾਂ ਖਾਲਸਾ ਜੀ ਐਸੇ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਮੇਰੀ ਸੇਵਾ ਜੇ ਪ੍ਰਵਾਨ ਇਨ ਕਿਰਮਣ ਕਾ ਹੋਏ ਕਲਿਆਣ। ਹਿਰਦੇ ਦੇ ਵਿੱਚ ਕੋਈ ਵੀ ਇੱਛਾ ਨਹੀਂ ਸੀ। ਜਿਸ ਸਮੇਂ ਮਾਤਾ ਜੀਆਂ ਨੇ ਪੁੱਛਿਆ ਤੂੰ ਕਿਉਂ ਏਦਾਂ ਕਰਦਾ ਹੈ, ਕਹਿੰਦੇ ਹਨ ਮਾਤਾ ਜੀ ਥੱਲੇ ਡਿੱਗ ਕੇ ਇਹਨਾਂ ਨੂੰ ਭੋਜਨ ਨਹੀਂ ਮਿਲਣਾ, ਇਹਨਾਂ ਦੀ ਮੌਤ ਹੋ ਜਾਵੇਗੀ। ਜੇ ਮੇਰੀ ਸੇਵਾ ਪ੍ਰਵਾਨ ਹੋ ਗਈ ਤਾਂ ਨਾਲ ਹੀ ਮੇਰਾ ਮਾਸ ਖਾਣ ਕਰਕੇ ਇਹਨਾਂ ਦਾ ਵੀ ਕਲਿਆਣ ਹੋ ਜਾਵੇਗਾ। ਜਿਸ ਤਰ੍ਹਾਂ ਖਾਲਸਾ ਜੀ ਮੂਸਣ ਤਬ ਹੀ ਮੁਸੀਐ ਬਿਸਰਤ ਪੁਰਖ ਦਇਆਲ, ਉਸ ਸਮੇਂ ਇਹਨਾਂ ਗੁਰਸਿੱਖਾਂ ਨੂੰ ਘਾਟਾ ਲੱਗਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿਸਰ ਜਾਂਦੀ ਹੈ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਾ ਕੇ ਮਾਤਾ ਨਾਨਕੀ ਜੀ ਜਿਸ ਤਰ੍ਹਾਂ ਕਹਿੰਦੇ ਹਨ ਕਿ ਭਾਈ ਮੇਹਾ ਜੀ ਇੰਨੀ ਸੇਵਾ ਕਰਦੇ ਹਨ ਪਰ ਕਦੇ ਜਣਾਉਂਦੇ ਨਹੀਂ
ਕਿਉਂਕਿ ਭਾਈ ਮੇਹਾ ਜੀ ਪਿੱਛੇ ਬਹਿ ਜਾਂਦੇ ਸਨ ਦੀਵਾਨ ਵਿੱਚ ਆ ਕੇ। ਹਜੂਰ ਨਾਲ ਕਦੇ ਖਾਲਸਾ ਜੀ ਅੱਗੇ ਆ ਕੇ ਜਿਸ ਤਰ੍ਹਾਂ ਮੁਹਤਬਾਰ ਵੀ ਨਾ ਬਣੇ ਕਿ ਮੈਂ ਇੰਨੀ ਸੇਵਾ ਕਰਦਾ ਹਾਂ, ਮੈਂ ਤਾਂ ਅੱਗੇ ਬਹਿਣਾ ਚਾਹੀਦਾ ਹੈ। ਚੁੱਪ ਕਰਕੇ ਪਿੱਛੇ ਬੈਠ ਰਹਿੰਦੇ ਸਨ। ਜਿਸ ਸਮੇਂ ਹਜੂਰ ਨੇ ਖਾਲਸਾ ਜੀ ਸੱਦਿਆ, ਉਸ ਸਮੇਂ ਹਜੂਰ ਨੇ ਜਿੱਦਾਂ ਸਾਰੀਆਂ ਸੰਗਤਾਂ ਨੂੰ ਜਿਸ ਤਰ੍ਹਾਂ ਬੁਲਾਇਆ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਇੱਕ ਹਜੂਰ ਨੇ ਸੰਗਤ ਨੂੰ ਦੱਸਿਆ ਸੀ ਕਿ ਜੋ ਪੁਰਾਣੇ ਸਮੇਂ ਦੇ ਵਿੱਚ ਸੀ, ਕਈ ਤਰ੍ਹਾਂ ਦੇ ਜੋ ਸਾਧੂ ਮਹਾਤਮਾ ਸਨ, ਤਪ ਕਰਿਆ ਕਰਦੇ ਸਨ। ਗਰਮੀਆਂ ਦੇ ਵਿੱਚ ਭਾਵ ਅੱਗ ਦੇ ਕੋਲ ਖਲੋ ਕੇ, ਸਰਦੀਆਂ ਵਿੱਚ ਬਰਫੀਲੇ ਪਾਣੀ ਵਿੱਚ ਇੱਕ ਲੱਤ ਤੇ ਖੜ ਕੇ ਤਪ ਕਰਿਆ ਕਰਦੇ ਸਨ। ਫਿਰ ਵੀ ਜਦੋਂ ਖਾਲਸਾ ਜੀ ਜਿਹੜੇ ਵੀ ਦੇਵੀ ਦੇਵਤੇ ਦਾ ਪੂਜਨ ਕਰਦੇ ਸਨ, ਉਹ ਉਹਨਾਂ ਨੂੰ ਇੱਕ ਲੋਕ ਦੀ ਹੀ ਖੁਸ਼ੀ ਦੇ ਸਕਦੇ ਸਨ। ਜਦੋਂ ਉਹਨਾਂ ਨੂੰ ਪੁੱਛੀਏ ਕਿ ਮੁਕਤੀ ਦੇ ਦੇਵੋ, ਮੁਕਤੀ ਨਾ ਸੀ ਉਹਨਾਂ ਤੋਂ ਮਿਲਦੀ। ਹਜੂਰ ਨੇ ਸੇਵਾ ਦਾ ਫਲ ਦੱਸਿਆ ਸੀ ਕਿ ਸਭ ਤੋਂ ਉੱਪਰ ਜੋ ਖਾਲਸਾ ਜੀ ਸੰਗਤ ਵਿੱਚ ਆਏ ਹੋਏ ਗੁਰਸਿੱਖਾਂ ਦੀ ਸੇਵਾ ਕਰਨੀ, ਇਹ ਸਭ ਤੋਂ ਉੱਤਮ ਫਲ ਹੈ। ਜਿਸ ਤਰ੍ਹਾਂ ਹਜੂਰ ਨੇ ਦੱਸਿਆ ਕਿ 1 ਸਾਲ 365 ਦਿਨ ਹਜੂਰ ਨੇ ਦੱਸਿਆ ਜਿਸ ਤਰ੍ਹਾਂ ਤਪ ਕਰ ਲਿੱਤਾ ਜਾਵੇ ਤਾਂ ਇੱਕ ਦਿਨ ਦੀ ਗੁਰੂ ਕੇ ਸਿੱਖ ਦੀ ਸੇਵਾ ਕੀਤੀ ਹੋਈ ਹਜੂਰ ਨੇ ਦੱਸਿਆ ਹੈ ਬਰੋਬਰ ਹੈ। ਜਿਸ ਤਰ੍ਹਾਂ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ, ਇਹ ਕਲਯੁਗ ਦੇ ਵਿੱਚ ਸਤ ਸੰਗਤ ਦਾ ਸਾਧਨ ਦੱਸ ਕੇ ਹਜੂਰ ਨੇ ਧੰਨ ਧੰਨ ਕਰਾ ਛੱਡੀ ਹੈ। ਆਓ ਖਾਲਸਾ ਜੀ, ਜਿਸ ਤਰ੍ਹਾਂ ਫਿਰ ਅੱਗੇ ਹਜੂਰ ਨੇ ਜਿਸ ਤਰ੍ਹਾਂ ਬਖਸ਼ਿਸ਼ਾਂ ਕੀਤੀਆਂ, ਅਬ ਸੰਤਨ ਕੋ ਬਣੋ ਮਹੰਤਾ, ਭਾਈ ਮੇਹਾ ਜੀਆਂ ਨੂੰ ਖਾਲਸਾ ਜੀ ਗੁਰੂ ਘਰ ਦਾ ਮਸੰਦ ਥਾਪ ਕੇ ਜਿੰਨੇ ਵੀ ਸੰਤ ਸੀ ਉੱਚੀ ਪਦਵੀ ਦੇਤੀ। ਕਹਿੰਦੇ ਹਨ ਤੁਸੀਂ ਸੰਤਾਂ ਦਾ ਮਹੰਤ ਬਣੋਗੇ, ਸੇਵਾ ਕੋ ਫਲ ਲੈਹੋ ਮਹਾਨ, ਔਰ ਮਹਿ ਉਪਜਿਓ ਬ੍ਰਹਮ ਗਿਆਨ। ਬ੍ਰਹਮ ਗਿਆਨ ਹਜੂਰ ਨੇ ਸਖੈਣ ਹੀ ਦੇ ਕੇ ਭਾਈ ਮੇਹਾ ਜੀਆਂ ਨੂੰ ਨਿਹਾਲ ਕੀਤਾ। ਇਸ ਤੋਂ ਅੱਗੇ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਨੇ ਫਿਰ ਦਇਆ ਦ੍ਰਿਸ਼ਟੀ ਮਾਰੀ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਵੇ, ਤਾਂ ਖਾਲਸਾ ਦੀ ਦੋਵੇਂ ਲੋਕਾਂ ਦੀਆਂ ਹਜੂਰ ਨੇ ਖੁਸ਼ੀਆਂ ਭਾਈ ਮੇਹਾ ਜੀਆਂ ਦੀ ਝੋਲੀ ਵਿੱਚ ਪਾਈਆਂ। ਇਸ ਤੋਂ ਉਪਰੰਤ ਜਿਸ ਤਰ੍ਹਾਂ ਹਜੂਰ ਅੱਗੇ ਪਿਆਨਾ ਕਰਦੇ ਹਨ, ਹਜੂਰ ਜਗਤ ਜਲੰਦੇ ਨੂੰ ਤਾਰਦੇ ਹੋਏ ਜਿਸ ਤਰ੍ਹਾਂ ਪਰਾਏ ਰਾਗ ਦੀ ਧਰਤੀ ਤੇ ਪਹੁੰਚਦੇ ਹਨ, ਇੱਥੇ ਮਤਾਂਤਰਾਂ ਦੇ ਸਾਧੂ ਮਹੰਤ ਹਜੂਰ ਪਾਸ ਆ ਕੇ ਜੋਦੜੀਆਂ ਕਰਦੇ ਹਨ, ਮਹਾਰਾਜ ਜੀ ਸਾਡੀ ਕਲਿਆਣ ਦਾ ਮਾਰਗ ਦੱਸੋ। ਅਤੇ ਖਾਲਸਾ ਜੀ ਜਿਸ ਤਰ੍ਹਾਂ ਸੋਰਠ ਰਾਗ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਹੁਣ ਇਹ 6ਵਾਂ ਤੇ 7ਵਾਂ ਸ਼ਬਦ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਉਹਨਾਂ ਨੂੰ ਜਿਸ ਤਰ੍ਹਾਂ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ। ਆਓ ਖਾਲਸਾ ਜੀ ਆਪਾਂ ਵੀ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਨੂੰ ਵੀ ਕਿਤੇ ਐਸਾ ਪ੍ਰੇਮ ਲੱਗ ਜਾਵੇ, ਸਾਰੀ ਜ਼ਿੰਦਗੀ ਵਿਅਰਥ ਹੀ ਲੰਘਦੀ ਜਾ ਰਹੀ ਹੈ ਕੰਮਾਂ ਧੰਦਿਆਂ ਦੇ ਵਿੱਚ। ਮਹਾਰਾਜ ਜੀ ਕਦੇ ਸੋਚਿਆ ਹੀ ਨਹੀਂ ਕਿ ਵਾਹਿਗੁਰੂ ਦੇ ਨਾਮ ਦਾ ਕੀ ਫਲ ਹੈ। ਆਓ ਹਜੂਰ ਜਿਸ ਤਰ੍ਹਾਂ ਅਰਦਾਸ ਕਰਨ ਦਾ ਸਾਨੂੰ ਅੱਜ ਤਰੀਕਾ ਦੱਸਦੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਤੇ ਹਜੂਰ ਤਰੁੱਠੇ ਹਨ। ਜਿਸ ਤਰ੍ਹਾਂ ਹਜੂਰ ਕਿਰਪਾ ਕਰਦੇ ਹਨ, ਕਥਾ ਸ਼ਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਵਿੱਚ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਮਾਈ ਮੈਂ ਕਹਿ ਬਿਦ ਲਖੋ ਗੁਸਾਈ। ਮਾਈ ਤੋਂ ਭਾਵ ਜਿਸ ਤਰ੍ਹਾਂ ਸੰਪਰਦਾ ਦੇ ਵਿੱਚ ਅਰਥ ਕਰਦੇ ਹਨ ਭਾਈ, ਹੇ ਭਾਈ ਜਨੋ ਮੈਂ ਕਿਹ ਬਿਦ ਲਖੋ ਗੁਸਾਈ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸ ਤਰ੍ਹਾਂ ਲਖਾਂ, ਭਾਵ ਕਿਸ ਤਰ੍ਹਾਂ ਜਾਣਨਾ ਕਰਾਂ। ਇਸੇ ਤਰ੍ਹਾਂ ਖਾਲਸਾ ਜੀ ਜੋ ਮਾਈ ਭਾਵ ਉੱਥੇ ਸਾਧੂ ਮਹਾਤਮਾ ਪਾਸ ਕੁਝ ਮਾਈਆਂ ਵੀ ਬੈਠੀਆਂ ਹਨ, ਉਹ ਵੀ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਜਿਸ ਤਰ੍ਹਾਂ ਉਹਨਾਂ ਨੂੰ ਦੱਸਦੇ ਹਨ ਕਿ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਮਾਈ, ਮੈਂ ਕਿਹ ਬਿਦ ਲਖੋ ਗਸਾਈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਤਰ੍ਹਾਂ ਆਪ ਜੀਆਂ ਦੇ ਗੁਰਸਿੱਖਾਂ ਨੂੰ ਪ੍ਰੀਤ ਲੱਗ ਗਈ ਹੈ, ਹਜੂਰ ਸਾਨੂੰ ਕਿਉਂ ਨਹੀਂ ਐਸੀ ਪ੍ਰੀਤ ਲੱਗਦੀ।
ਇਸੇ ਤਰ੍ਹਾਂ ਮਾਤਾ ਦੀ ਨਿਆਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰਦੇਵ ਮਾਤਾ ਗੁਰਦੇਵ ਪਿਤਾ, ਤੂੰ ਹੀ ਹੈ ਮਾਤ ਪਿਤਾ ਗੁਰ, ਤੂੰ ਹੀ ਹੈ ਪੋਖਣਹਾਰ ਗੁਸਈਆ। ਭਾਵ ਹੈ ਮਾਤਾ ਸਰੂਪ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀ ਸਾਨੂੰ ਆਪ ਜੀਆਂ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਮਹਾਰਾਜ ਜੀ ਆਪ ਜੀਆਂ ਨੂੰ ਭਾਵ ਕਿਸ ਤਰ੍ਹਾਂ ਜਾਣਨਾ ਕਰੀਏ? ਇਸੇ ਤਰ੍ਹਾਂ ਹੀ ਮਾਈ ਮਹਾ ਮਹਿ ਅਗਿਆਨ ਤਿਮਰ, ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਭਾਵ ਮਹਾਰਾਜ ਜਿਸ ਤਰ੍ਹਾਂ ਖਾਲਸਾ ਜੀ ਥੋੜੀ ਸੋਝੀ ਹੁੰਦੀ ਹੈ, ਪਤਾ ਲੱਗਦਾ ਹੈ ਹਜੂਰ ਅੱਗੇ ਗੁਰਸਿੱਖ ਅਰਦਾਸ ਕਰਦੇ ਹਨ, ਮਹਾਰਾਜ ਜੀ ਸਾਨੂੰ ਪਾਪ ਢਾਹ ਲੈਂਦੇ ਹਨ। ਮਹਾਰਾਜ ਜੀ ਸਦਾ ਬਿਰਤੀ ਮਲੀਨ ਰਹਿੰਦੀ ਹੈ, ਹਜੂਰ ਸਾਡੇ ਤੇ ਕਿਰਪਾ ਕਰੋ। ਮਹਾਰਾਜ ਜੀ ਜੇ ਸਾਡੇ ਵੱਸ ਹੁੰਦਾ ਤਾਂ ਅਸੀਂ ਆਪ ਨੂੰ ਆਸਾਨੀ ਨਾਲ ਹੀ ਪਾ ਲੈਂਦੇ, ਪਰ ਮਹਾਰਾਜ ਜੀ ਸਾਡੇ ਤਾਂ ਵੱਸ ਕੁਝ ਵੀ ਨਹੀਂ ਹੈ। ਮਹਾਰਾਜ ਜੀ ਸਾਨੂੰ ਵੀ ਐਸਾ ਪਿਆਰ ਲਾ ਦੇਵੋ ਜਿਸ ਤਰ੍ਹਾਂ ਆਪ ਜੀਆਂ ਨੇ ਰਾਜੇ ਸ਼ਿਵਨਾਭ ਨੂੰ ਲਾ ਦਿੱਤਾ ਸੀ। ਵਜ਼ੀਰ ਕਹਿੰਦੇ ਸੀ ਰਾਜਾ ਪਾਗਲ ਹੋ ਗਿਆ ਹੈ, ਰੁੱਖਾਂ ਨੂੰ ਦਰਿਆਵਾਂ ਨੂੰ ਜਾ ਕੇ ਪੁੱਛਦਾ ਸੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤਾਂ ਖਾਲਸਾ ਜੀ ਦੁਨੀਆ ਕੀ ਜਾਣਦੀ ਹੈ, ਰਾਜਾ ਤਾਂ ਸਿਆਣਾ ਹੋ ਗਿਆ ਸੀ। ਮਹਾਰਾਜ ਜੀ ਸਾਡੇ ਤੇ ਵੀ ਮਿਹਰ ਕਰੋ, ਸਾਡੇ ਤੇ ਵੀ ਮਾਇਆ ਕਰੋ। ਅਤੇ ਖਾਲਸਾ ਜੀ ਹਜੂਰ ਦੱਸਦੇ ਹਨ, ਇਸ ਤਰ੍ਹਾਂ ਹਜੂਰ ਦੇ ਅੱਗੇ ਅਰਦਾਸ ਕਰੀਏ ਮਾਈ। ਮਹਾ ਮਹਿ ਅਗਿਆਨ ਤਿਮਰ, ਮੋਹ ਮਨ ਰਹਿਓ ਉਰਝਾਈ। ਮਹਾ ਮੋਹ ਅਗਿਆਨ ਤਿਮਰ, ਭਾਵ ਮਹਾਰਾਜ ਜੀ ਜੋ ਇਹ ਮਹਾ ਮੋਹ ਹੈ, ਜਿਸ ਤਰ੍ਹਾਂ ਖਾਲਸਾ ਜੀ ਫਾਸਣ ਕੀ ਬਿਦ ਸਭ ਹੀ ਕੀਨੀ, ਛੂਟਣ ਕੋ ਨਹਿ ਨਾਮ ਲਏ। ਮਹਾਰਾਜ ਜੀ ਫਸਣ ਦੀਆਂ ਵਿਧੀਆਂ ਤਾਂ ਸਾਰੀਆਂ ਸਿੱਖ ਲਈਆਂ ਹਨ, ਛੁੱਟਣ ਦੀ ਵਿਧੀ ਤੁਸੀਂ ਦੱਸਦੇ ਹੋ, ਨਾਮ ਲਿਆ ਕਰੋ। ਹਜੂਰ ਸਮਾਂ ਹੀ ਨਹੀਂ ਹੁੰਦਾ। ਮਹਾਰਾਜ ਜੀ ਕੈਨੇਡਾ ਰਹਿੰਦੇ ਆ, ਬਿਜੀ ਬਹੁਤ ਹੁੰਦੇ ਆ। ਮਹਾਰਾਜ ਜੀ ਫਸਣ ਦੀਆਂ ਤਾਂ ਸਾਰੀਆਂ ਵਿਧੀਆਂ ਹੀ ਸਿੱਖੀਆਂ ਹਨ, ਕਿਸ ਤਰ੍ਹਾਂ ਧੋਖਾ ਕਰੀਦਾ ਹੈ, ਕਿਸ ਤਰ੍ਹਾਂ ਕਿਸੇ ਤੋਂ ਪੈਸੇ ਕਢਾਉਣੇ ਨੇ ਜਾਂ ਕੀ ਕਰਨਾ ਹੈ। ਮਹਾਰਾਜ ਜੀ ਸਾਡਾ ਇਸ ਤਰ੍ਹਾਂ ਮਹਾਰਾਜ ਜੀ ਕਿਸ ਤਰ੍ਹਾਂ ਆਪ ਜੀ ਸਾਖਿਆਤਾ ਹੋਵੋਗੇ, ਜਿਸ ਤਰ੍ਹਾਂ ਖਾਲਸਾ ਜੀ ਜਿਸ ਤਰ੍ਹਾਂ ਭਗਤ ਜੀ ਅਰਦਾਸ ਕਰਦੇ ਹਨ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜ਼ਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ। ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਹਜੂਰ ਜੇ ਸਾਡੇ ਵੱਸ ਹੁੰਦਾ ਤਾਂ ਮਹਾਰਾਜ ਜੀ ਤੁਹਾਨੂੰ ਸਾਖਿਆਤ ਕਰ ਲੈਂਦੇ। ਆਪ ਹੀ ਕਿਰਪਾ ਕਰੋ ਸਾਨੂੰ ਮਹਾਰਾਜ ਜੀ, ਇਸ ਸੰਸਾਰ ਸਮੁੰਦਰ ਤੋਂ ਤਾਰ ਲਵੋ। ਮਹਾ ਮੋਹ ਮਹਾ ਮੋਹ ਅਗਿਆਨ ਤਿਮਰ, ਜੋ ਇਹ ਖਾਲਸਾ ਜੀ ਮਹਾ ਮੋਹ ਹੈ, ਭਾਵ ਖਾਲਸਾ ਜੀ ਜਿਸ ਤਰ੍ਹਾਂ ਆਉਂਦਾ ਹੈ, ਗਣ ਗੰਧਰਵ ਦੇਵ ਮਨੁੱਖਿਆ ਪਸ ਪੰਛੀ ਬਮੋਹਣ ਹੈ, ਇਹ ਅਜਿੱਤ ਸੂਰ ਸੰਗਰਾਮੰ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਇਹ ਮੋਹ ਹੈ ਜੋ ਉਹ ਅਜੇਤੂ ਸੂਰਮਾ ਹੈ, ਇਸ ਨੂੰ ਅੱਜ ਤੱਕ ਭਾਵ ਕਿਸੇ ਬਿਰਲੇ ਨੇ ਹੀ ਜਿੱਤਿਆ ਹੈ। ਜਿਸ ਤਰ੍ਹਾਂ ਖਾਲਸਾ ਜੀ ਪਸ ਪੰਛੀ ਬਿਮੋਹਣ ਹੈ, ਪਸ਼ੂ ਪੰਛੀ ਵੀ ਖਾਲਸਾ ਜੀ ਜਿਸ ਤਰ੍ਹਾਂ ਮੋਹ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਬਾਂਦਰੀ ਦਾ ਬੱਚਾ ਭਾਵੇਂ ਮਰ ਹੀ ਜਾਏ, ਉਹਨੂੰ ਕੁਛੜ ਮਰੇ ਹੋਏ ਨੂੰ ਚੱਕੀ ਫਿਰਦੀ ਹੈ, ਇੰਨਾ ਪ੍ਰਬਲ ਮੋਹ ਹੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਮਾਇਆ ਰੰਗ ਬਿਰੰਗ ਕਰਤ ਭ੍ਰਮ, ਮੋਹ ਕੇ ਕੂਪ ਗੁਬਾਰ ਪਰਿਓ ਹੈ। ਹੇ ਹਜੂਰ ਜੋ ਆਪ ਜੀਆਂ ਦੀ ਇਹ ਮਾਇਆ ਫੈਲਾਈ ਹੋਈ ਹੈ, ਹਜੂਰ ਅਸੀਂ ਇਹਦੇ ਵਿੱਚ ਹੀ ਮੋਹ ਦੇ ਵਿੱਚ ਹੀ ਆਪਣੇ ਘਰ ਵੱਲ ਸਾਰੀਆਂ ਚੀਜ਼ਾਂ ਖਿੱਚਦੇ ਹਾਂ ਤੇ ਮੋਹ ਦੇ ਖੁੱਡੇ ਦੇ ਵਿੱਚ ਹਜੂਰ ਡਿੱਗ ਪੈਂਦੇ ਹਾਂ। ਮਹਾ ਮੋਹ ਅਗਿਆਨ ਤਿਮਰ, ਇਸੇ ਤਰ੍ਹਾਂ ਖਾਲਸਾ ਜੀ ਮਹਾ ਮੋਹ, ਭਾਵ ਜੋ ਇਹ ਮੋਹ ਹੈ, ਇਸ ਨੂੰ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਜ਼ਿਕਰ ਕਰਦੇ ਹਨ, ਅਸੰਖ ਸੂਰ ਮੋਹ ਪਖਸਾਰ। ਜਿਹੜੇ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਜਿਸ ਸਮੇਂ ਨਾਮ ਜਪਦੇ ਹਨ, ਐਸੇ ਸੂਰਮੇ ਹਨ ਮੋਹ ਪਖਸਾਰ, ਜੋ ਮੋਹ ਰੂਪੀ ਸੂਰਮਾ ਉਸ ਦਾ ਪਖਣ ਕਰਕੇ ਰੱਖ ਦਿੰਦੇ ਹਨ। ਹਜੂਰ ਜਿਸ ਤਰ੍ਹਾਂ ਅੱਗੇ ਜ਼ਿਕਰ ਕਰਦੇ ਹਨ, ਅਗਿਆਨ ਤਿਮਰ, ਭਾਵ ਜੋ ਅਗਿਆਨ ਹੈ, ਸਭ ਕੁਝ ਹਜੂਰ ਸਾਨੂੰ ਸੱਚ ਪ੍ਰਤੀਤ ਹੁੰਦਾ ਹੈ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਮਹਾਰਾਜ ਜੀ ਸਾਇੰਸੀ ਤਾਂ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਹਾਂ, ਆਪ ਜੀਆਂ ਦੀ ਦੱਸੀ ਹੋਈ ਸ੍ਰੇਸ਼ਟ ਚਾਲ ਤੇ ਕਿਵੇਂ ਚੱਲੀਏ। ਮਹਾਰਾਜ ਜੀ ਆਪ ਤਾਂ ਕਹਿੰਦੇ ਹੋ ਅੰਮ੍ਰਿਤ ਛਕਿਆ ਛਕ ਲਾ ਭਲਾ ਹੋਵੇਗਾ,
ਚੰਗਾ ਸ਼ਿਸ਼ਟਾਚਾਰ ਭਾਵ ਚੰਗਾ ਜੀਵਨ ਡਿਸਿਪਲਿਨਡ ਲਾਈਫ ਬਣ ਜਾਊਗੀ। ਹਜੂਰ ਮਨ ਵਿੱਚ ਡਰ ਲੱਗਾ ਰਹਿੰਦਾ ਹੈ, ਜੇ ਅੰਮ੍ਰਿਤ ਛਕ ਲਿਆ ਸ਼ਰਾਬ ਕਿਵੇਂ ਪੀਵਾਂਗਾ, ਜੇ ਅੰਮ੍ਰਿਤ ਛਕ ਲਿਆ ਇੰਨੀਆਂ ਮੌਜਾਂ ਕਿਵੇਂ ਕਰਾਂਗਾ, ਇਹਨਾਂ ਤਾਂ ਵਿਹਲੇ ਨੇ, ਗੁਰੂ ਘਰ ਜਾ ਬਹਿੰਦੇ ਨੇ। ਮਹਾਰਾਜ ਜੀ ਅਸੀਂ ਇਹਨਾਂ ਵਿਖਿਆਂ ਦੇ ਵਿੱਚ ਲੱਗੇ ਹੋਏ ਹਾਂ, ਜੇ ਅੰਮ੍ਰਿਤ ਛਕ ਲਿਆ ਤਾਂ ਪਰਾਏ ਰੂਪ ਕਿੱਦਾਂ ਤੱਕਾਂਗਾ। ਹਜੂਰ ਤੁਹਾਡਾ ਕੜਾ ਮੈਨੂੰ ਰੋਕ ਦਿਆ ਕਰੇਗਾ, ਮੈਂ ਨਹੀਂ ਚਾਹੁੰਦਾ ਮੈਨੂੰ ਕੋਈ ਰੋਕੇ, ਮੈਂ ਤਾਂ ਨਰਕਾਂ ਵੱਲ ਹੀ ਜਾਣਾ ਹੈ। ਹਜੂਰ ਕਿਉਂ ਚਾਲੂ ਗੁਰ ਚਾਲੀ, ਆਪ ਜੀਆਂ ਦੀ ਦਸੀ ਹੋਈ ਚਾਲ ਤੇ ਕਿਸ ਤਰ੍ਹਾਂ ਚੱਲੀਏ। ਮਹਾਮੋਹ ਮਹਾਮੋਹ ਅਗਿਆਨ ਤਿਮਰ, ਅਤੇ ਖਾਲਸਾ ਜੀ ਇਸੇ ਤਰ੍ਹਾਂ ਮਹਾਮੋਹ ਅਗਿਆਨ ਤਿਮਰ, ਤਿਮਰ ਅੰਧੇਰੇ ਨੂੰ ਕਹਿੰਦੇ ਹਨ। ਮਹਾਰਾਜ ਜੀ ਮੋਹ ਮਨ ਰਹਿਓ ਉਰਝਾਈ, ਜਿਸ ਤਰ੍ਹਾਂ ਇਹਨਾਂ ਦੇ ਵਿੱਚ ਹੀ ਹਜੂਰ ਮੇਰਾ ਮਨ ਉਰਝਿਆ ਰਹਿੰਦਾ ਹੈ। ਮਹਾਮੋਹ ਅਗਿਆਨ ਤਿਮਰ, ਅਤੇ ਖਾਲਸਾ ਜੀ ਮਨ ਰੇ ਕਿਉਂ ਛੂਟੈ ਬਿਨ ਪਿਆਰ। ਹਜੂਰ ਕਹਿੰਦੇ ਹਨ ਪਿਆਰ ਤੋਂ ਬਿਨਾ ਤੇਰੇ ਤੋਂ ਨਹੀਂ ਛੁੱਟਿਆ ਜਾਣਾ। ਕੈਸੀ ਪ੍ਰੀਤ ਕਰ ਰੇ ਮਨ, ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ। ਜਿਸ ਤਰ੍ਹਾਂ ਮੱਛੀ ਪਿਆਰ ਕਰਦੀ ਹੈ ਜਲ ਨੂੰ, ਇਸ ਤਰ੍ਹਾਂ ਜਲ ਨਾਲ ਪ੍ਰੇਮ ਭਾਵ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕਰਿਆ ਕਰ। ਜੇ ਤੇਰੇ ਵਿੱਚ ਮੱਛੀ ਵਾਲੀ ਪ੍ਰੀਤ ਨਾ ਆਈ ਤਾਂ ਤੇਰੇ ਤੋਂ ਨਹੀਂ ਛੁੱਟਿਆ ਜਾਣਾ। ਮੋਹ ਮਨ ਰਹਿਓ ਉਰਝਾਈ, ਮਹਾਰਾਜ ਜੀ ਜੋ ਮੇਰਾ ਮਨ ਹੈ ਇਹ ਉਰਝਾਇਆ ਰਹਿੰਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਅਰਦਾਸ ਕਰਨ ਦਾ ਵੱਲ ਦੱਸਦੇ ਹਨ। ਅਰਦਾਸ ਕਰਿਆ ਕਰੋ ਅਕਾਲ ਪੁਰਖ ਵਾਹਿਗੁਰੂ ਅੱਗੇ, ਮਹਾਰਾਜ ਜੀ ਇਹਨਾਂ ਚੀਜ਼ਾਂ ਵਿੱਚ ਹੀ ਮੇਰਾ ਮਨ ਉਰਝਿਆ ਰਹਿੰਦਾ ਹੈ। ਰਹਾਉ ਰਹਾਉ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਸਗਲ ਜਨਮ ਭਰਮ ਹੀ ਭਰਮ ਖੋਇਓ, ਸਗਲ ਜਨਮ ਭਰਮ ਹੀ ਭਰਮ ਖੋਇਓ। ਮਹਾਰਾਜ ਜੀ ਮੇਰਾ ਸਾਰਾ ਜਨਮ ਭਾਵ ਇਸ ਭਰਮ ਦੇ ਵਿੱਚ, ਸਾਧ ਸੰਗਤ ਜੀ ਭਰਮ ਹੁੰਦਾ ਹੈ ਜੋ ਹੋਵੇ ਨਾ ਪਰ ਪ੍ਰਤੀਤ ਹੋਵੇ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੀ, ਭਾਵ ਜਿਸ ਤਰ੍ਹਾਂ ਖਾਲਸਾ ਜੀ ਆਕਾਸ਼ ਦੇ ਵਿੱਚ ਜਿਸ ਤਰ੍ਹਾਂ ਇੱਕ ਨਗਰੀ ਮੰਨੀ ਜਾਂਦੀ ਹੈ, ਜਿਸ ਨੂੰ ਹਰੀਸ਼ ਚੰਦਰ ਰਾਜੇ ਦੀ ਨਗਰੀ ਮੰਨੀ ਜਾਂਦੀ ਹੈ, ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ ਜਿਸ ਸਮੇਂ ਰਾਜਾ ਹਰੀ ਚੰਦ ਉਸ ਨੂੰ ਸਵਰਗਾਂ ਦਾ ਜਿਸ ਤਰ੍ਹਾਂ ਜਾਣ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਤਰ੍ਹਾਂ ਖਾਲਸਾ ਜੀ ਮਿਹਰ ਕੀਤੀ, ਤਾਂ ਉਸ ਨੇ ਕਿਹਾ ਹਜੂਰ ਮੇਰੀ ਸਾਰੀ ਨਗਰੀ ਜਿਸ ਤਰ੍ਹਾਂ ਸਵਰਗ ਵਿੱਚ ਲੈ ਕੇ ਜਾਈ ਜਾਵੇ। ਤਾਂ ਜਿਸ ਸਮੇਂ ਖਾਲਸਾ ਜੀ ਉਸ ਦੀ ਸਾਰੀ ਨਗਰੀ ਹੀ ਸਵਰਗਾਂ ਨੂੰ ਜਾ ਰਹੀ ਸੀ, ਤਾਂ ਜਿਸ ਸਮੇਂ ਅੱਧ ਵਿੱਚ ਪਹੁੰਚਦਾ ਹੈ ਤਾਂ ਖੋਤੇ ਹਿਣਕ ਪੈਂਦੇ ਹਨ ਰਾਹ ਦੇ ਵਿੱਚ। ਹਰੀਸ਼ ਚੰਦ ਰਾਜੇ ਨੂੰ ਹੰਕਾਰ ਹੋ ਜਾਂਦਾ ਹੈ, ਦੇਖ ਹਰੀਸ਼ ਚੰਦ ਰਾਜਾ ਤੇਰੇ ਤਾਂ ਖੋਤੇ ਵੀ ਸਵਰਗਾਂ ਨੂੰ ਜਾ ਰਹੇ ਹਨ। ਤਾਂ ਐਸੀ ਨਗਰੀ ਜਿਸ ਤਰ੍ਹਾਂ ਮੰਨੀ ਜਾਂਦੀ ਹੈ, ਜਿਵੇਂ ਜਹਾਜ਼ ਕੋਈ ਚਲਾਉਂਦੇ ਹਨ ਉਹ ਵੀ ਦੱਸਦੇ ਹਨ ਕਿਸ ਤਰ੍ਹਾਂ ਬੱਦਲਾਂ ਦੇ ਵਿੱਚ ਕਈ ਵਾਰ ਪ੍ਰਤੀਤ ਹੁੰਦਾ ਹੈ ਕਿ ਕੋਈ ਨਗਰੀ ਵਸ ਰਹੀ ਹੈ। ਆਪਾਂ ਵੀ ਕਈ ਵਾਰ ਬੱਦਲਾਂ ਵੱਲ ਦੇਖੀਏ ਐਂ ਲੱਗਦਾ ਹੈ ਜਿਵੇਂ ਉੱਥੇ ਕੋਈ ਵਸਦਾ ਹੋਵੇ, ਪਰ ਐਸੀ ਕੋਈ ਨਗਰੀ ਨਹੀਂ ਹੈ, ਇੱਕ ਮਿਥਿਆ ਹੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਪਰ ਉੱਥੋਂ ਅੱਜ ਤੱਕ ਕਿਸੇ ਨੇ ਸੌਦਾ ਨਹੀਂ ਖਰੀਦਿਆ। ਮਹਾਰਾਜ ਜੀ ਸਾਨੂੰ ਵੀ ਇਹ ਸੰਸਾਰ ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਸਾਰਾ ਜਨਮ ਤੂੰ ਭਰਮ ਵਿੱਚ ਹੀ ਖੋ ਦਿੱਤਾ ਜਨਮ। ਹਾਂਜੀ ਇਸੇ ਤਰ੍ਹਾਂ ਹੀ ਸਗਲ ਜਨਮ ਭਰਮ ਹੀ ਭਰਮ ਖੋਇਓ। ਮਹਾਰਾਜ ਜੀ ਸਾਰਾ ਜਨਮ ਭਾਵ ਜਿਸ ਸਮੇਂ ਸਾਧ ਸੰਗਤ ਜੀ ਬਚਪਨਾ ਹੁੰਦਾ ਹੈ ਹਜੂਰ ਖੇਡਾਂ ਵਿੱਚ ਹੀ ਗਵਾ ਦਿੱਤਾ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਜੀਆਂ ਦੀ ਧਰਤੀ ਤੇ ਰਾਵੀ ਦੇ ਕਿਨਾਰੇ ਹਜੂਰ ਸੱਜ ਬੈਠੇ ਹਨ। ਮਹਾਰਾਜ ਜੀਆਂ ਪਾਸ ਸਿੱਖ ਆ ਕੇ ਬੇਨਤੀ ਕਰਦੇ ਹਨ, ਮਹਾਰਾਜ ਜੀ ਇਹ ਜੋ ਸੰਸਾਰ ਦੇ ਜੀਵ ਹਨ ਇਹ ਆਪ ਜੀਆਂ ਦੇ ਅੰਮ੍ਰਿਤ ਨਾਮ ਨਾਲ ਪ੍ਰੇਮ ਕਿਉਂ ਨਹੀਂ ਕਰਦੇ। ਹਜੂਰ ਕੀ ਕਾਰਨ ਹੈ ਕਿ ਆਪ ਜੀਆਂ ਦਾ ਨਾਮ ਜੋ ਪ੍ਰੇਮ ਦਾ ਇੱਕ ਸੋਮਾ ਹੈ ਜਿਸ ਨਾਲ ਠੰਡ ਪੈ ਜਾਂਦੀ ਹੈ, ਇਹ ਫਿਰ ਵਿਖਿਆਂ ਵੱਲ ਭੱਜਦੇ ਹਨ। ਉਸ ਸਮੇਂ ਖਾਲਸਾ ਜੀ ਹਜੂਰ ਨੇ ਦੱਸਿਆ ਸੀ ਕਿ ਇਹ ਸੰਸਾਰੀ ਜੀਵ ਕਿਹਦੇ ਨਾਲ ਪਿਆਰ ਕਰਦੇ ਹਨ। ਜਿਸ ਤਰ੍ਹਾਂ ਉਮਰ ਦੀਆਂ 10 ਅਵਸਥਾਵਾਂ ਹਜੂਰ ਨੇ ਦੱਸਿਆ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਿਸ ਸਮੇਂ ਬੱਚੇ ਦਾ ਜਨਮ ਹੁੰਦਾ ਹੈ ਸਭ ਤੋਂ ਪਹਿਲਾਂ ਉਸ ਦਾ ਪਿਆਰ ਮਾਤਾ ਦੇ ਭਾਵ ਜੋ ਦੁੱਧ ਦੇ ਨਾਲ ਉਸ ਦਾ ਲੱਗ ਜਾਂਦਾ ਹੈ। ਦੂਜੇ ਮਾਏ ਬਾਪ ਕੀ ਸੁਧ, ਦੂਜਾ ਫਿਰ ਜਿਸ ਤਰ੍ਹਾਂ ਥੋੜਾ ਵੱਡਾ ਹੁੰਦਾ ਹੈ ਉਹਨੂੰ ਪਤਾ ਲੱਗਦਾ ਹੈ ਆ ਮੇਰੀ ਮਾਤਾ ਹੈ ਆ ਪਿਤਾ ਹੈ, ਥੋੜਾ ਥੋੜਾ ਉਸ ਨੂੰ ਸੋਝੀ ਆਉਂਦੀ ਹੈ।
ਇਹਨਾਂ ਵਿੱਚ ਹੀ ਪ੍ਰੇਮ ਲੱਗ ਜਾਂਦਾ ਹੈ। ਮਾਤਾ ਅੱਖਾਂ ਤੋਂ ਦੂਰ ਹੁੰਦੀ ਹੈ, ਰੋ ਰੋ ਕੇ ਬੱਚਾ ਕਮਲਾ ਹੋ ਜਾਂਦਾ ਹੈ। ਤੀਜਾ ਭਈਆ ਭਾਬੀ ਬੇਬ ਅਤੇ ਖਾਲਸਾ ਜੀ ਭਾਵ ਭਰਜਾਈ ਭਾਬੀ ਇਤਿਆਦਿਕ ਰਿਸ਼ਤਿਆਂ ਦਾ ਪਤਾ ਲੱਗਦਾ ਹੈ। ਬੇਬ ਭਾਵ ਬੇਬੇ, ਬੇਬੇ ਭੈਣ ਨੂੰ ਕਹਿੰਦੇ ਹਨ। ਜਿਸ ਤਰ੍ਹਾਂ ਕਹਿੰਦੇ ਹਨ ਹਜੂਰ ਤੀਸਰੀ ਇਸ ਨੂੰ ਇਹਦੇ ਨਾਲ ਪ੍ਰੀਤ ਲੱਗ ਜਾਂਦੀ ਹੈ। ਚੌਥੇ ਪਿਆਰ ਉਪੰਨੀ ਖੇਡ ਅਤੇ ਜਦੋਂ ਥੋੜਾ ਹੋਰ ਵੱਡਾ ਹੁੰਦਾ ਹੈ ਤਾਂ ਖਾਲਸਾ ਜੀ ਪਿਆਰ ਭਾਵ ਖੇਡਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ। ਖੇਡਣ ਵਿੱਚ ਹੀ ਰੁਚੀ ਰਹਿੰਦੀ ਹੈ। ਘਰੋਂ ਬਾਹਰ ਦੌੜ ਕੇ ਬੱਚਿਆਂ ਨਾਲ ਚਲੇ ਜਾਂਦਾ ਹੈ। ਮਾਤਾ ਪਿੱਛੋਂ ਬੁਲਾਉਂਦੀ ਹੈ, ਭੱਜਾ ਜਾਂਦਾ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਪੰਜਵੇਂ ਖਾਣ ਪੀਣ ਕੀ ਧਾਤ। ਜਦੋਂ ਪੰਜਵੀਂ ਅਵਸਥਾ ਆਉਂਦੀ ਹੈ ਕੁਲਚੇ ਬਰਗਰ ਨਿਊਡਲ ਆਦਿਕ ਜਿਸ ਤਰ੍ਹਾਂ ਖਾਣ ਨਾਲ ਪਿਆਰ ਲੱਗ ਜਾਂਦਾ ਹੈ, ਜਿਸ ਤਰ੍ਹਾਂ ਖਾਲਸਾ ਜੀ ਇੱਥੇ ਤਿੱਕਰ ਤਾਂ ਜਿਸ ਤਰ੍ਹਾਂ ਛੋਟੀਆਂ ਭਾਵ ਛੋਟੀਆਂ ਅਵਸਥਾਵਾਂ ਸਨ। ਇਸ ਤੋਂ ਅੱਗੇ ਛੇਵੇਂ ਕਾਮ ਨਾ ਪੁੱਛਿਆ ਜਾਤ ਭਾਵ ਛੇਵਾਂ ਜਦੋਂ ਵੱਡਾ ਹੋ ਜਾਂਦਾ ਹੈ, ਜਵਾਨ ਹੋ ਜਾਂਦਾ ਹੈ, ਫਿਰ ਖਾਲਸਾ ਜੀ ਕਾਮ ਵਾਸ਼ਨਾ ਪ੍ਰਬਲ ਹੋ ਜਾਂਦੀ ਹੈ ਅੰਦਰ, ਉਹ ਜ਼ੋਰ ਮਾਰਦੀ ਹੈ। ਫਿਰ ਤਾਂ ਜਾਤ ਕੁਜਾਤ ਵੀ ਨਹੀਂ ਦੇਖਦਾ, ਕਿਤੇ ਜਾ ਕੇ ਨਰਾਦਰੀ ਕਰਾਉਂਦਾ ਹੈ ਆਪਣੀ। ਹਜੂਰ ਕਹਿੰਦੇ ਹਨ ਉਧਰ ਇਸ ਦਾ ਪ੍ਰੇਮ ਲੱਗ ਜਾਂਦਾ ਹੈ। ਜਿਸ ਤਰ੍ਹਾਂ ਜਵਾਨ ਹੁੰਦੇ ਹਨ, ਜਿਸ ਤਰ੍ਹਾਂ ਕਿੱਦਾਂ ਖੜੇ ਹੋਏ ਹੁੰਦੇ ਹਨ। ਹਜੂਰ ਕਹਿੰਦੇ ਹਨ ਛੇਵੇਂ ਕਾਮ ਨਾ ਪੁੱਛਿਆ ਜਾਤ ਅਤੇ ਸਤਵੇਂ ਇਹਨੂੰ ਪਿਆਰ ਲੱਗ ਜਾਂਦਾ ਹੈ। ਸਾਂਝ ਕੀਆ ਘਰ ਵਾਸ ਭਾਵ ਜਿਸ ਤਰ੍ਹਾਂ ਖਾਲਸਾ ਜੀ ਘਰ ਦੇ ਵਿੱਚ ਪਦਾਰਥ ਇਕੱਠੇ ਕਰਕੇ ਲੈ ਆਉਂਦਾ ਹੈ, ਕਿਉਂਕਿ ਘਰ ਦੇ ਵਿੱਚ ਗ੍ਰਸਤੀ ਹੋ ਜਾਂਦਾ ਹੈ, ਘਰ ਦੇ ਆਨੰਦ ਕਾਰਜ ਕਰ ਦਿੰਦੇ ਹਨ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ ਪਹਿਲਾਂ ਤਾਂ ਕਿਹਾ ਕਰਦਾ ਸੀ ਮੈਂ ਬਾਹਰ ਬੈਠਾ ਹਾਂ, ਮੈਨੂੰ ਕੋਈ ਫੋਨ ਨਾ ਲਾਵੇ, ਮੈਂ ਆਪਣੀ ਮਰਜ਼ੀ ਨਾਲ ਘਰੇ ਆ ਜਾਵਾਂਗਾ, ਮੈਂ ਹੁਣ ਵੱਡਾ ਹੋ ਗਿਆ ਹਾਂ। ਜਦੋਂ ਵਿਆਹ ਹੋ ਜਾਂਦਾ ਹੈ ਸ਼ਾਮ ਪੈਣ ਤੋਂ ਪਹਿਲਾਂ ਹੀ ਘਰੇ ਆ ਕੇ ਬਹਿ ਜਾਂਦਾ ਹੈ, ਕਿਉਂਕਿ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਲਿਖਦੇ ਹਨ ਬਾਜਾਂ ਵਾਲੇ ਪਿਤਾ ਜੀ ਜਿਹੜੇ ਕਹਿੰਦੇ ਸੀ ਅਸੀਂ ਉਮਰ 'ਚ ਕਦੇ ਕਿਸੇ ਤੋਂ ਨਹੀਂ ਡਿੱਗੇ, ਹਜੂਰ ਕਹਿੰਦੇ ਹਨ ਅਡਿੱਗ ਡਿੱਗੇ। ਇਹ ਇਸਤਰੀ ਨੇ ਜਿਹੜੇ ਕਹਿੰਦੇ ਸੀ ਨਾ ਅਸੀਂ ਨਹੀਂ ਡਿੱਗਦੇ, ਉਹ ਵੀ ਡਿੱਗ ਸੁੱਟੇ ਹਨ। ਤਾਂ ਘਰੇ ਪਹਿਲਾਂ ਹੀ ਸਾਰਾ ਕੁਝ ਖਿੱਚ ਕੇ ਲੈ ਕੇ ਆਉਂਦਾ ਹੈ ਕਿ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ। ਹਜੂਰ ਕਹਿੰਦੇ ਹਨ ਅਠਵੈ ਕ੍ਰੋਧ ਹੋਆ ਤਨ ਨਾਸ। ਅਠਵਾਂ ਜਦੋਂ ਅਵਸਥਾ ਆਈ ਤਾਂ ਕ੍ਰੋਧ ਨੇ ਹੀ ਇਸ ਦਾ ਤਨ ਨਾਸ਼ ਕਰ ਦਿੱਤਾ, ਭਾਵ ਕ੍ਰੋਧ ਕਰਦਾ ਹੈ, ਗੁੱਸਾ ਕਰਦਾ ਹੈ। ਬੱਚੇ ਕਹਿਣੇ ਵਿੱਚ ਨਹੀਂ ਚੱਲਦੇ, ਚੱਲਣ ਵੀ ਕਿਵੇਂ, ਕਿਉਂਕਿ ਕਦੇ ਨਾ ਹੀ ਆਪ ਹਜੂਰ ਦਾ ਮਾਰਗ ਧਾਰਨ ਕੀਤਾ ਤੇ ਨਾ ਹੀ ਕਦੇ ਗੁਰੂ ਘਰ ਆਇਆ। ਆਪ ਹੀ ਉਸ ਤਰ੍ਹਾਂ ਨੱਚ ਛੱਡਿਆ, ਕੇਸ ਖਲਾਰ ਛੱਡੇ, ਬੱਚੇ ਦਾ ਵੀ ਉਹ ਹੋਇਆ ਮੂੰਹ ਸਿਰ ਮੁੰਨ ਛੱਡਿਆ, ਤਾਂ ਕਿੱਥੋਂ ਸੁੱਖ ਮਿਲਣੇ ਸੀ। ਕ੍ਰੋਧ ਕਰ ਕਰਕੇ ਆਪਣਾ ਹੀ ਸਰੀਰ ਖਰਾਬ ਕੀਤਾ। ਹਜੂਰ ਕਹਿੰਦੇ ਹਨ ਨਾਵੇਂ ਧੌਲੇ ਉੱਭੇ ਸਾਹ। ਜਦੋਂ ਨੌਵਾਂ ਪ੍ਰੇਮ ਫੇਰੇ ਦੇ ਧੌਲੇ ਆ ਜਾਂਦੇ ਹਨ ਮੁਖ ਤੇ, ਚਿੱਟੇ ਕੇਸ ਆ ਜਾਂਦੇ ਹਨ, ਕਹਿੰਦੇ ਹਨ ਫਿਰ ਵੀ ਰੰਗ ਕਾਲਾ ਕਰਦਾ ਹੈ, ਪਰ ਕਿੱਥੇ ਉਹ ਸਰੀਰ ਵਿੱਚ ਤਾਕਤਾਂ ਰਹਿੰਦੀਆਂ ਹਨ। ਦਸਵੇਂ ਦੱਦਾ ਹੋਆ ਸੁਆਹ ਭਾਵ ਦਸਵੀਂ ਅਵਸਥਾ ਹਜੂਰ ਕਹਿੰਦੇ ਹਨ ਫਿਰ ਇਸ ਦਾ ਪ੍ਰੇਮ ਇਹਨਾਂ ਵਿੱਚ ਹੀ ਲੱਗਾ ਹੁੰਦਾ ਹੈ। ਐਂਡ ਤੇ ਸਰੀਰ ਸਵਾਹ ਹੋ ਜਾਂਦਾ ਹੈ। ਗਏ ਸੰਗੀਤ ਪੁਕਾਰੇ ਧਾਹ ਭਾਵ ਫਿਰ ਜਿਸ ਤਰ੍ਹਾਂ ਪਾਣੀ ਮੰਗਦਾ ਹੈ ਮੂੰਹ ਦੇ ਵਿੱਚੋਂ ਖਾਲਸਾ ਜੀ, ਫਿਰ ਜਦੋਂ ਕਿਤੇ ਸੁਰਤ ਆਉਂਦੀ ਹੈ ਵਾਹਿਗੁਰੂ ਕਹਿੰਦਾ ਹੈ, ਫਿਰ ਮੂੰਹ ਚੋਂ ਚੰਗੀ ਤਰ੍ਹਾਂ ਵਾਹਿਗੁਰੂ ਵੀ ਨਹੀਂ ਨਿਕਲਦਾ, ਕਿਉਂਕਿ ਮੂੰਹ ਵਿੱਚ ਦੰਦ ਰਹਿੰਦੇ ਹੀ ਨਹੀਂ, ਬੋਲਦਾ ਕੁਝ ਹੈ। ਬੱਚੇ ਵੀ ਕੋਲੋਂ ਨਰਾਦਰੀ ਕਰ ਛੱਡਦੇ ਹਨ, ਸਮਝ ਹੀ ਨਹੀਂ ਆਉਂਦੀ ਇਹਦੀ ਤਾਂ ਕੀ ਬੋਲੀ ਜਾਂਦਾ ਹੈ। ਇੱਕ ਖੁੱਡੇ ਤੇ ਬੈਠਕ ਤੇ ਪਾ ਦਿੰਦੇ ਹਨ ਅਤੇ ਖਾਲਸਾ ਜੀ ਉੱਡਿਆ ਹੰਸ ਦਸਾਏ ਰਾਹ ਭਾਵ ਇਸੇ ਤਰ੍ਹਾਂ ਜਿਸ ਦੇ ਸਰੀਰ ਦੇ ਵਿੱਚੋਂ ਜੀਵ ਆਤਮਾ ਉੱਡ ਕੇ ਚਲੇ ਜਾਂਦਾ ਹੈ। ਆਇਆ ਗਿਆ ਮੋਇਆ ਨਾਉ ਭਾਵ ਖਾਲਸਾ ਜੀ ਅਰਦਾਸ ਦੇ ਵਿੱਚ ਕਹਿੰਦਾ ਸੀ ਮੇਰਾ ਨਾਮ ਲੈ ਕੇ ਭਾਵ ਅਰਦਾਸ ਕੀਤੀ ਜਾਵੇ। ਸਾਧ ਸੰਗਤ ਜੀ ਇੱਥੇ ਵੀ ਹੁੰਦਾ ਹੈ, ਜੇ ਨਾਂ ਦੇ ਪਿੱਛੇ ਜਾਤ ਨਾ ਲਾਈ ਜਾਵੇ। ਸੁਣ ਵਿੱਚ ਆਉਂਦਾ ਹੈ ਕਿ ਕਹਿੰਦੇ ਹਨ ਮੇਰੇ ਤਾਂ ਨਾਂ ਪੂਰਾ ਲਿਆ ਹੀ ਨਹੀਂ, ਸਿੰਘ ਦੇ ਪਿੱਛੋਂ ਆ ਗੋਤ ਸੰਧੂ ਬਰਾੜ ਇਹ ਮੇਰੇ ਨਾਂ ਦੇ ਪਿੱਛੇ ਲੱਗਦੇ ਸਨ, ਬਾਬਾ ਜੀ ਨੇ ਤਾਂ ਅਰਦਾਸ ਹੀ ਨਹੀਂ ਕੀਤੀ। ਇਹ ਆਫਿਸ 'ਚ ਜਾ ਕੇ ਦੱਸਦੇ ਹਨ ਕਿ ਬਾਬਾ ਜੀ ਦੀ ਸ਼ਿਕਾਇਤ ਲਾਉਂਦੇ ਹਨ। ਤਾਂ ਖਾਲਸਾ ਜੀ ਹਜੂਰ ਕਹਿੰਦੇ ਸਨ ਆਇਆ ਗਿਆ ਮੋਇਆ ਨਾਉ, ਨਾਮ ਵੀ ਨਾਲ ਹੀ ਮਰ ਜਾਂਦਾ ਹੈ। 50 ਸਾਲ ਕੋਈ ਯਾਦ ਰੱਖਦਾ ਹੈ, ਵੱਧ ਤੋਂ ਵੱਧ 60, ਉਸ ਤੋਂ ਬਾਅਦ ਪਤਾ ਹੀ ਨਹੀਂ ਹੁੰਦਾ ਕਿ ਇਹ ਵੀ ਕੋਈ ਹੁੰਦਾ ਸੀ ਜੀ, ਚਿਹਰੇ ਭੁੱਲ ਜਾਂਦੇ ਹਨ। ਹਜੂਰ ਕਹਿੰਦੇ ਹਨ ਪਿੱਛੇ ਪੱਤਲ ਸੱਦੋ ਕਾਵ, ਪਿੱਛੋਂ ਫਿਰ ਜਿਸ ਤਰ੍ਹਾਂ ਉਸਦੇ ਬੱਚੇ ਸਰਾਧ ਕਰਾਉਂਦੇ ਹਨ ਕਿ ਭਾਵ ਜੋ ਅਸੀਂ ਖਵਾਵਾਂਗੇ, ਭਾਵ ਇਹਨਾਂ ਨੂੰ ਜੋ ਪੰਡਤਾਂ ਨੂੰ ਬੁਲਾ ਕੇ ਦਾਦਾ ਜੀ ਨੂੰ ਪਹੁੰਚੇਗਾ,
ਜੇ ਜਿੰਦਿਆਂ ਤਾਂ ਕਿਸੇ ਨੇ ਸੇਵਾ ਕੀਤੀ ਨਹੀਂ ਤੇ ਮੋਏ ਸਰਾਧ ਕਰਾਹੀ, ਭਾਵ ਮੋਇਆ ਹੋਇਆਂ ਲਈ ਸਰਾਧ ਕਰਾਉਂਦੇ ਹਨ। ਉਹ ਵੀ ਖਾਲਸਾ ਜੀ ਕਾਂ ਕੁੱਤੇ ਹੀ ਖਾਂਦੇ ਹਨ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਮਨਮੁਖ ਆਂਧੀਆਂ ਚੀਜ਼ਾਂ ਨਾਲ ਪਿਆਰ ਲਾਈ ਫਿਰਦੇ ਹਨ। ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਡੁੱਬਦਾ ਜਾ ਰਿਹਾ ਹੈ। ਸਗਲ ਜਨਮ ਭਰਮ ਹੀ ਭਰਮ ਖੋਇਓ। ਅਤੇ ਖਾਲਸਾ ਜੀ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਡਾ ਵੀ ਇਸੇ ਤਰ੍ਹਾਂ ਹੀ ਉਮਰ ਗੁਜ਼ਰਦੀ ਜਾ ਰਹੀ ਹੈ। 10 ਬਾਲਤਣ 20 ਰਵਣ ਤੀਸਾ ਕਾ ਸੁੰਦਰ ਕਹਾਵੈ। ਜਦੋਂ 10 ਸਾਲ ਦੀ ਆਯੂ ਹੁੰਦੀ ਹੈ ਤਾਂ ਕਹਿੰਦੇ ਹਨ ਹਜੇ ਬੱਚਾ ਹੈ, ਇਹਨੂੰ ਕਹਿ ਦਿੱਤਾ ਜਾਵੇ ਕਿ ਭਾਵ ਹੱਸਣ ਖੇਡਣ ਦੇ ਦਿਨ ਹਨ, ਹੁਣੇ ਹੀ ਇਹਨੂੰ ਬਾਣੀ ਵੱਲ ਲਾ ਦਿੱਤਾ ਜਾਵੇ। ਕਿਉਂਕਿ ਖਾਲਸਾ ਜੀ 20 ਦੀ ਉਮਰ ਦੇ ਵਿੱਚ ਫਿਰ ਵਿਸ਼ੇ ਆਦਿਕ ਜੋ ਜ਼ੋਰ ਪਾਉਂਦੇ ਹਨ, ਜੇ ਛੋਟੀ ਉਮਰ ਵਿੱਚ ਹੀ ਬੱਚੇ ਨੂੰ ਭਜਨ ਵੱਲ ਲਾਇਆ ਜਾਵੇ ਤਾਂ ਅੱਗੇ ਜਾ ਕੇ ਖਾਲਸਾ ਜੀ ਇੰਨੇ ਵਿਸ਼ੇ ਫਿਰ ਨਹੀਂ ਫੁਰਦੇ। ਹਜੂਰ ਜਿਸ ਤਰ੍ਹਾਂ ਕਹਿੰਦੇ ਹਨ 10 ਸਾਲ ਤਾਂ ਤੇਰੀ ਬਾਲਪਣ ਵਿੱਚ ਨਿਕਲ ਗਈ, 20 ਤੇਰੀ ਵਿਸ਼ੇ ਭੋਗਦੇ ਹੋਏ ਖੇਡਾਂ ਦੇ ਵਿੱਚ, ਤੀਸਾ ਕਾ ਸੁੰਦਰ ਕਹਾਵੈ। ਜਦੋਂ 30 ਸਾਲਾਂ ਦਾ ਹੋ ਜਾਂਦਾ ਹੈ ਬੜਾ ਸੋਹਣਾ ਕਹਾਉਂਦਾ ਹੈ ਤਾਂ ਖਾਲਸਾ ਜੀ ਉਸ ਸਮੇਂ ਆਨੰਦ ਕਾਰਜ ਹੋ ਜਾਂਦਾ ਹੈ। ਗੀਤ ਗਾਉਂਦੇ ਹਨ ਵੀਰ ਘੋੜੀ ਚੜਿਆ ਇਤਿਆਦਿਕ। ਹਜੂਰ ਕਹਿੰਦੇ ਹਨ 40 ਪੁਰ ਹੋਏ 25 ਪੱਗ ਖਿਸੈ 60 ਕੇ ਬੁਢੇਪਾ ਆਵੈ। ਇਸ ਤਰ੍ਹਾਂ ਖਾਲਸਾ ਜੀ ਕਰਦੇ ਕਰਦੇ ਉਮਰ ਨਿਕਲ ਜਾਂਦੀ ਹੈ। 60 ਸਾਲ ਦੀ ਆਯੂ ਜਿਸ ਤਰ੍ਹਾਂ ਕਲਯੁਗ ਦੇ ਵਿੱਚ ਹੁਣ ਦੇ ਸਮੇਂ ਵਿੱਚ ਮੰਨੀ ਗਈ ਹੈ, ਬੁਢੇਪਾ ਆ ਕੇ ਜ਼ੋਰ ਪਾ ਜਾਂਦਾ ਹੈ। 17 ਕਾ ਮਤਹੀਣ, 70 ਸਾਲ ਦੀ ਆਯੂ ਹੁੰਦੀ ਹੈ, ਮਤਹੀਣ ਹੋ ਜਾਂਦਾ ਹੈ, ਭਾਵ ਬੱਚਿਆਂ ਵਰਗੀਆਂ ਗੱਲਾਂ ਕਰਦਾ ਹੈ। ਉੱਥੇ ਹੀ ਵਿਹੜੇ ਵਿੱਚ ਬੈਠਾ ਤੋਤਲੀ ਜ਼ਬਾਨ ਨਾਲ ਇਹ ਆਉਂਦੇ ਜਾਂਦਿਆਂ ਨੂੰ ਅੱਛਾ ਫਲਾਣਾ ਆਇਆ ਏ, ਅੱਛਾ ਇਹ ਆਇਆ ਏ, ਐਦਾਂ ਪਹਿਚਾਣਦਾ ਹੈ। ਤਾਂ ਖਾਲਸਾ ਜੀ 80 ਕਾ ਵਿਹਾਰ ਨਾ ਪਾਵੈ। 80 ਸਾਲ ਦਾ ਹੁੰਦਾ ਹੈ, ਤੁਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ, ਉੱਥੇ ਬੈਠਾ ਰਹਿੰਦਾ ਹੈ। 90 ਕਾ ਸਹਸਾਸਣੀ, ਮੂਲ ਨਾ ਜਾਣੈ ਆਪ ਬਲ। ਮਹਾਰਾਜ ਜੀ ਕਹਿੰਦੇ ਹਨ ਇਸ ਸੰਸਾਰ ਨੂੰ ਇਸ ਤਰ੍ਹਾਂ ਜਾਣੋ, ਨਾਨਕ ਜਗ ਧੋਏ ਕਾ ਧਵਲ ਹਰ। ਹਜੂਰ ਕਹਿੰਦੇ ਹਨ ਇਸੇ ਤਰ੍ਹਾਂ ਤੇਰੀ ਉਮਰ ਬੀਤਦੀ ਜਾਂਦੀ ਹੈ। ਜੋ ਇਹ ਸੰਸਾਰ ਹੈ ਇੱਕ ਧੂਏ ਦੀ ਪਹਾੜ ਦੀ ਨਿਆਈ ਹੈ। ਧੂਏ ਦਾ ਪਹਾੜ ਜਿਸ ਤਰ੍ਹਾਂ ਖਾਲਸਾ ਜੀ ਮਿੱਥਿਆ ਹੁੰਦਾ ਹੈ, ਸੰਸਾਰ ਕਹਿੰਦੇ ਹਨ ਜਨਮ ਭਾਵ ਸਗਲ ਜਨਮ ਭਰਮ ਹੀ ਭਰਮ ਖੋਇਓ। ਤੈਨੂੰ ਭਰਮ ਹੀ ਪਿਆ ਰਹਿੰਦਾ ਹੈ, ਜੇ ਮੈਂ ਨਾ ਹੋਵਾਂ ਮੇਰੇ ਬੱਚੇ ਕਿੱਥੋਂ ਖਾਣਗੇ। ਤੈਨੂੰ ਆਪਣੀਆਂ ਬਾਹਾਂ ਤੇ ਹਜੂਰ ਨਾਲੋਂ ਵੀ ਜ਼ਿਆਦਾ ਮਾਣ ਹੁੰਦਾ ਹੈ। ਤੂੰ ਕਹਿੰਦਾ ਹੈ ਸਾਰਾ ਜਿੱਦਾਂ ਮੇਰੇ ਜਿੰਨਾ ਤਾਂ ਬਿਜ਼ੀ ਕੋਈ ਹੈ ਹੀ ਨਹੀਂ। ਹਜੂਰ ਕਹਿੰਦੇ ਹਨ ਜਨਮ ਤੇ ਜਨਮ ਭਰਮ ਵਿੱਚ ਲੰਘਦੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਸਗਲ ਜਨਮ ਭਰਮ ਹੀ ਭਰਮ ਖੋਇਓ। ਹਜੂਰ ਅੱਗੇ ਅਰਦਾਸ ਕਰੀਏ, ਹਜੂਰ ਇੱਕ ਨਹੀਂ ਕਈ ਜਨਮਾਂ ਤੋਂ, ਸਗਲੇ ਜਨਮਾਂ ਤੋਂ ਮਹਾਰਾਜ ਜੀ ਇਸੇ ਤਰ੍ਹਾਂ ਭਰਮ ਹੀ ਭਰਮ ਦੇ ਵਿੱਚ ਹੀ ਸਾਡਾ ਜੀਵਨ ਲੰਘ ਰਿਹਾ ਹੈ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਹੋ ਆਸਾ ਰੱਖੀ ਚਿੱਤ ਮੈਂ ਮੇਰੋ ਸਭੋ ਦੁੱਖ ਗਵਾਏ ਜੀਓ। ਵਾਹਿਗੁਰੂ ਜਿਸ ਤਰ੍ਹਾਂ ਹਜੂਰ ਕਹਿੰਦੇ ਹਨ ਅਰਦਾਸ ਕਰਿਆ ਕਰ ਹਜੂਰ ਦੇ ਅੱਗੇ। ਮਹਾਰਾਜ ਜੀ ਬੜੀ ਹੀ ਦੂਰੋਂ ਵਾਟ ਤੋਂ ਚੱਲ ਕੇ ਆਏ ਹਾਂ, ਇਹ ਮਨੁੱਖਾ ਜਨਮ ਮਿਲਿਆ ਹੈ। ਮਹਾਰਾਜ ਜੀ ਹੁਣ ਆਪ ਜੀਆਂ ਦੀ ਸ਼ਰਨ ਤੱਕ ਲਈ ਹੈ। ਸਾਨੂੰ ਭਰੋਸਾ ਹੈ ਹਜੂਰ ਤੁਸੀਂ ਸ਼ਰਨ ਆਇਆਂ ਦੀ ਲਾਜ ਰੱਖਦੇ ਹੋ, ਤਾਂ ਮੇਰੇ ਹਿਰਦੇ ਵਿੱਚ ਆਪ ਜੀਆਂ ਦੇ ਗੁਰਸਿੱਖਾਂ ਵੱਲ ਦੇਖ ਕੇ ਪਿਆਰ ਉਪਜ ਖੜਿਆ ਹੈ। ਹਜੂਰ ਜਿਸ ਤਰ੍ਹਾਂ ਪ੍ਰੇਮ ਨਾਲ ਨਾਮ ਜਪਦੇ ਹਨ, ਸੇਵਾ ਕਰਦੇ ਹਨ, ਮਹਾਰਾਜ ਜੀ ਕਦੇ ਮੈਂ ਵੀ ਇਸੇ ਤਰ੍ਹਾਂ ਸੇਵਾ ਕਰਿਆ ਕਰਾਂਗਾ। ਮਹਾਰਾਜ ਜੀ ਆਪ ਕਿਰਪਾ ਕਰੋ, ਬਹੁਤੇ ਜਨਮ ਭਰਮ ਹੀ ਭਰਮ ਲੰਘਦੇ ਜਾ ਰਹੇ ਹਨ। ਸਗਲ ਜਨਮ ਭਰਮ ਹੀ ਭਰਮ ਖੋਇਓ। ਮਹਾਰਾਜ ਜੀ ਇਸੇ ਤਰ੍ਹਾਂ ਭਰਮ ਦੇ ਵਿੱਚ ਜਨਮ ਲੰਘਦਾ ਜਾ ਰਿਹਾ ਹੈ। ਮੈਂ ਅਸਥਿਰ ਮਤ ਪਾਈ। ਮਹਾਰਾਜ ਜੀ ਜੋ ਅਸਥਿਰ ਰਹਿਣ ਵਾਲੀ ਮਤ ਸੀ, ਜੋ ਆਪ ਜੀਆਂ ਦਾ ਮਾਰਗ ਸੀ, ਉਹ ਮਹਾਰਾਜ ਜੀ ਕਦੇ ਪਾਇਆ ਹੀ ਨਹੀਂ, ਸੋਝੀ ਹੀ ਨਹੀਂ ਆਈ, ਧਿਆਨ ਹੀ ਨਹੀਂ ਇੱਧਰ ਨੂੰ ਦਿੱਤਾ ਕਦੇ। ਇੱਧਰ ਧਿਆਨ ਦੇ ਦਿੱਤਾ ਕਿ ਕੈਨੇਡਾ ਵਿੱਚ PR ਕਿੱਦਾਂ ਹੁੰਦੀ ਹੈ, PR ਹੋਣ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ,
ਕਿਉਂਕਿ ਖਾਲਸਾ ਜੀ ਇਹੀ ਸੁੱਖ ਮਨ ਛੱਡੇ ਨੇ, ਇੱਧਰ ਤਾਂ ਸੋਚਿਆ ਹੀ ਨਹੀਂ। ਬੁੱਢੇ ਹੋ ਜਾਂਦੇ ਹਨ, ਫਿਰ ਪੁੱਛਦੇ ਹਨ, ਬਾਬਾ ਜੀ ਨਾਮ ਵਿੱਚ ਮਨ ਕਿਵੇਂ ਲੱਗਦਾ ਹੈ? ਹਜੇ ਤਿੱਕਰ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਹੋਵੇ, ਇਹ ਨਹੀਂ ਪਤਾ ਕਿ ਨਾਮ ਕਿਵੇਂ ਜਪਣਾ ਹੈ। ਜਿਸ ਤਰ੍ਹਾਂ ਖਾਲਸਾ ਜੀ ਅੰਦਰ ਪਿਆਸ ਭੁੱਖ ਹੀ ਨਹੀਂ ਹੈਗੀ। ਜੇ ਭੁੱਖ ਹੋਵੇ, ਅੱਗੇ ਪ੍ਰਸ਼ਾਦਾ ਪਿਆ ਹੋਵੇ ਤਾਂ ਪੁੱਛੀਦਾ ਥੋੜੀ ਨਾ ਕਿ ਆਪੇ ਹੀ ਵੱਲ ਆ ਜਾਂਦਾ ਹੈ ਖਾਣ ਦਾ। ਐ ਥੋੜੀ ਨਾ ਪੁੱਛੀਦਾ ਕਿ ਕਿਹੜੀ ਵਿਧੀ ਹੈ, ਨਾਈਫ ਨਾਲ ਖਾਣਾ ਹੈ, ਫੋਕ ਨਾਲ ਕਿੱਦਾਂ ਕੱਟ ਕੇ। ਆਪਣੇ ਆਪ ਹੀ ਫਿਰ ਖਾਲਸਾ ਜੀ ਭੋਜਨ ਖਾਈਏ ਤਾਂ ਤ੍ਰਿਪਤ ਆਉਂਦੀ ਹੈ। ਇਸੇ ਤਰ੍ਹਾਂ ਹਜੂਰ ਕਹਿ ਰਹੇ ਹਨ, ਅਸਥਿਰ ਮਤ ਨਹੀਂ ਪਾਈ, ਸਦਾ ਥਿਰ ਰਹਿਣ ਵਾਲੀ ਮਤ ਤਾਂ ਤੂੰ ਪਾਈ ਹੀ ਨਹੀਂ। ਵਿਖਿਆ ਸਕਤ ਰਹਿਓ ਨਿਸਬਾਸੁਰ। ਅਤੇ ਖਾਲਸਾ ਜੀ ਵਿਖਿਆ ਸਕਤ ਭਾਵ ਵਿਖਿਆ ਆਸਕਤ, ਇਹ ਜੋ ਵਿਖਿਆ ਦਾ ਭਾਵ ਜ਼ਹਿਰ ਰੂਪੀ ਸੰਸਾਰ ਹੈ ਅਤੇ ਜੋ ਇਹ ਜ਼ਹਿਰ ਰੂਪੀ ਕੰਮ ਹੈ, ਇਹਨਾਂ ਵਿੱਚ ਹੀ ਮਨ ਲਾ ਛੱਡਿਆ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਜੂਰ ਅਸੀਂ ਤਾਂ ਅੰਨੇ ਹਾਂ। ਹਜੂਰ ਅੱਗੇ ਅਰਦਾਸ ਕਰਨ ਦੀ ਵਿਧੀ ਦੱਸ ਰਹੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਰਦਾਸ ਕਰਿਆ ਕਰੀਏ। ਹਜੂਰ ਵਿਖਿਆ ਸਕਤ ਰਹਿਓ ਨਿਸਬਾਸਰ। ਮਹਾਰਾਜ ਜੀ ਦਿਨੇ ਤਾਂ ਵਿਸ਼ੇ ਕਰਦਾ ਹੀ ਹਾਂ, ਰਾਤ ਨੂੰ ਵੀ ਜਦੋਂ ਮੈਨੂੰ ਮੌਕਾ ਮਿਲਦਾ ਹੈ, ਰਾਤ ਉੱਠ ਕੇ ਜਾਗ ਕੇ ਕੰਧਾਂ ਟੱਪ ਕੇ ਵਿਸ਼ੇ ਭੋਗਣ ਵਾਸਤੇ ਜਾਣਾ ਹਾਂ। ਵਿਖਿਆ ਸਕਤ ਰਹਿਓ ਨਿਸਬਾਸੁਰ। ਮਹਾਰਾਜ ਜੀ ਵਿਖਿਆ ਸਕਤ, ਜਿਸ ਤਰ੍ਹਾਂ ਖਾਲਸਾ ਜੀ ਧਨ ਬਾਜਾਂ ਵਾਲੇ ਪਿਤਾ ਜੀ ਦੱਸਦੇ ਹਨ, ਏਕ ਮਦੀ ਦੂਜੇ ਤਰਨ ਤੀਜੇ ਅਤ ਧਨ ਧਾਮ। ਇੱਕ ਤਾਂ ਖਾਲਸਾ ਜੀ ਵਿਸ਼ਿਆਂ ਦੇ ਵਿੱਚ ਲੱਗਾ ਹੋਇਆ ਹੋਵੇ, ਸ਼ਰਾਬੀ ਹੋਵੇ, ਅਤੇ ਦੂਸਰਾ ਜਵਾਨੀ ਦੀ ਉਮਰ ਹੋਵੇ, ਤੇ ਤੀਸਰਾ ਕੋਲ ਪੈਸਾ ਹੋਵੇ। ਹਜੂਰ ਕਹਿੰਦੇ ਹਨ, ਪਾਪ ਕਰੇ ਬਿਨ ਕਿਉਂ ਬਚੈ, ਬਚੈ ਬਚਾਵੇ RAM। ਪਾਪ ਕਰਨ ਤੋਂ ਬਿਨਾਂ ਉਹ ਕਿੱਦਾਂ ਬਚ ਨਹੀਂ ਸਕਦਾ। ਜੇ ਬਚੇਗਾ ਤਾਂ ਕਾਲ ਪੁਰਖ ਵਾਹਿਗੁਰੂ ਹੀ ਬਚਾ ਸਕਦਾ ਹੈ। ਹਜੂਰ ਅੱਗੇ ਅਰਦਾਸ ਕਰੀਏ, ਹਜੂਰ ਤੁਸੀਂ ਸਾਨੂੰ ਇੰਨੀ ਸੋਹਣੀ ਜਵਾਨੀ ਬਖਸ਼ੀ ਹੈ, ਚਾਹੀਦਾ ਹੈ ਨਾ ਨਾਮ ਜਪੀਏ। ਹਜੂਰ ਤੁਸੀਂ ਇੰਨੀ ਸਾਨੂੰ ਧਨ ਵੀ ਬਖਸ਼ਦੇ ਹੋ ਕਿ ਮੇਰੇ ਪੁੱਤਰ ਨੂੰ ਕੋਈ ਕਮੀ ਨਾ ਆਵੇ। ਪਰ ਮਹਾਰਾਜ ਜੀ ਰਾਤ ਦਿਨ ਵਿਸ਼ਿਆਂ ਲਈ ਧੌਂਦਾ ਹਾਂ। ਨਹਿ ਛੁਟੀ ਅਧਮਾਈ। ਮਹਾਰਾਜ ਜੀ ਨਹਿ ਛੂਟੀ ਅਧਮਾਈ ਭਾਵ ਜੋ ਅਧਮਤਾਈ ਹੈ, ਨੀਚਤਾਈ ਹੈ। ਮਹਾਰਾਜ ਜੀ ਬੈਠਾ ਭਾਵੇਂ ਸੰਗਤ ਵਿੱਚ ਹੋਵਾਂ ਤਾਂ ਵੀ ਮਹਾਰਾਜ ਜੀ ਵਿਸ਼ੇ ਵਿਕਾਰਾਂ ਦੇ ਫੁਰਨੇ ਨਹੀਂ ਛੱਡਦੇ। ਕਿਸੇ ਨੂੰ ਮਹਾਰਾਜ ਜੀ ਇੰਨੀ ਮਾੜੀ ਨਿਗਾਹ ਨਾਲ ਮੈਂ ਤੱਕਦਾ ਹਾਂ, ਪਰਾਏ ਰੂਪ ਦੇਖਦਾ ਹਾਂ। ਹਜੂਰ ਕੰਨਾਂ ਦੇ ਨਾਲ ਚਾਹੀਦਾ ਸੀ ਜਸ ਸਰਵਣ ਕਰੀਏ ਤੁਹਾਡਾ, ਕੰਨਾਂ ਦੇ ਨਾਲ ਤਾਂ ਮਹਾਰਾਜ ਜੀ ਜਸ ਸੁਣਨ ਨੂੰ ਤਾਂ ਮਹਾਰਾਜ ਜੀ ਸਮਾਂ ਹੀ ਨਹੀਂ ਹੈਗਾ। ਸੰਗਤ ਵਿੱਚ ਵੀ ਮਹਾਰਾਜ ਜੀ ਜੇ ਮੈਂ ਬਹਿ ਜਾ, ਵੈਸੇ ਤਾਂ ਬੈਠਾ ਹੀ ਨਹੀਂ ਜਾਂਦਾ ਕਿਉਂਕਿ ਕੰਮ ਬਹੁਤ ਨੇ ਨਾ। ਜੇ ਬਹਿ ਜਾਈਏ ਮਹਾਰਾਜ ਜੀ ਨੀਂਦ ਹੀ ਆ ਜਾਂਦੀ ਹੈ। ਪਰ ਜਿੱਥੇ ਖਾਲਸਾ ਜੀ ਸਾਰੀ ਰਾਤ ਜੇ ਵਿਆਹ ਹੋਵੇ, ਕਹਿੰਦੇ ਹਨ ਸਵੇਰ ਦੇ 3 ਵੱਜ ਜਾਂਦੇ ਹਨ ਨੱਚਦਿਆਂ ਨੂੰ। ਫਿਰ ਕਹਿੰਦੇ ਹਨ ਇੰਨੀ ਛੇਤੀ ਡੀਜੇ ਕਿਉਂ ਬੰਦ ਕਰ ਦਿੱਤੇ ਨੇ, ਹਜੇ ਤਾਂ ਅਸੀਂ ਹੋਰ ਨੱਚਣਾ ਸੀ, ਇੱਕ ਗਾਣਾ ਹੋਰ ਚਲਾ ਦੇ ਬਾਈ, ਆਹ ਵਾਲਾ ਏ ਮੇਰਾ ਫੇਵਰੇਟ ਏ। ਤਾਂ ਖਾਲਸਾ ਜੀ ਹਜੂਰ ਕਹਿੰਦੇ ਹਨ, ਜਿਸ ਤਰ੍ਹਾਂ ਵਿਖਿਆ ਸ਼ਕਤ ਰਹਿਓ ਨਿਸਬਾਸਰ, ਨਹਿ ਛੂਟੀ ਅਦਮਤਾਈ ਭਾਵ ਜਿਸ ਤਰ੍ਹਾਂ ਇਹ ਜੋ ਨੀਚ ਬੁੱਧੀ ਸੀ ਮਹਾਰਾਜ ਜੀ ਨਹੀਂ ਛੁੱਟਦੀ। ਸੰਗਤ ਵਿੱਚ ਮਹਾਰਾਜ ਜੀ ਜੇ ਘੰਟਾ ਕੋਈ ਬਹਿਣ ਨੂੰ ਕਹਿ ਦਈਏ, ਮੇਰਾ ਤਾਂ ਹਜੂਰ ਲੱਕ ਬੜਾ ਦੁਖਦਾ ਹੈ, ਤੁਹਾਨੂੰ ਤਾਂ ਪਤਾ ਹੀ ਏ। ਤਾਂ ਖਾਲਸਾ ਜੀ ਜੇ ਨੱਚਣਾ ਹੋਵੇ ਤਾਂ ਖਾਲਸਾ ਜੀ ਜੇ ਖੂੰਡੀ ਫੜ ਕੇ ਤੁਰਦਾ ਹੋਵੇ ਤਾਂ ਇਸ ਤਰ੍ਹਾਂ ਵੀ ਦੇਖੇ ਜਾਂਦੇ ਹਨ। ਬਜ਼ੁਰਗ ਵੀ ਫਿਰ ਐ ਬਾਹਾਂ ਚੱਕ ਕੇ ਤਾਂ ਨੂੰ ਖੜੀਆਂ ਕਰਕੇ ਇੱਕ ਉਂਗਲ ਨੱਚਦੇ ਹਨ। ਹਜੂਰ ਇਹ ਅਦਮਤਾਈ ਸਾਡੇ ਮਨ ਦੇ ਵਿੱਚ ਹਜੂਰ ਪ੍ਰੇਮ ਨਹੀਂ ਲੱਗਾ। ਜੇ ਲੱਗਾ ਹੁੰਦਾ ਹਜੂਰ ਤੁਹਾਡੀ ਸਿੱਖਿਆ ਨਾ ਧਾਰਨ ਕਰ ਲੈਂਦੇ। ਇਹ ਮਹਾਰਾਜ ਜੀ ਸਾਡੇ ਤੋਂ ਨਹੀਂ ਛੁੱਟੀ। ਸਾਧ ਸੰਗ ਕਬੂ ਨਹੀਂ ਕੀਨਾ। ਹਜੂਰ ਤੁਸੀਂ ਕਹਿੰਦੇ ਹੋ ਸਾਧ ਸੰਗਤ ਕਰਿਆ ਕਰੋ। ਜਿਸ ਤਰ੍ਹਾਂ ਪਿੱਛੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਆ ਰਹੇ ਸੀ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ ਭਾਵ ਸਾਧ ਦੀ ਸੰਗਤ ਕਰਿਆ ਕਰ, ਸੰਗਤ ਵਿੱਚ ਬਹਿ ਕੇ ਸਿਮਰਨ ਕਰਿਆ ਕਰ, ਵੱਡੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਮਹਾਰਾਜ ਜੀ ਸੰਗਤ ਵਿੱਚ ਤਾਂ ਮੈਨੂੰ ਬਹਿਣਾ ਹੀ ਨਹੀਂ ਆਉਂਦਾ। ਮਹਾਰਾਜ ਜੀ ਸੰਗਤ ਤਾਂ ਕਿਵੇਂ ਕਰੀਏ, ਕਿਉਂਕਿ ਖਾਲਸਾ ਜੀ ਸੰਗਤ ਵਿੱਚ ਵੀ ਆ ਕੇ ਕਈ ਇੱਥੇ ਗੱਲਾਂ ਹੀ ਕਰਕੇ ਚਲੇ ਜਾਂਦੇ ਹਨ। ਹਜੂਰ ਦੇ ਬਚਨ ਹਨ, ਸਤ ਸੰਗਤ ਮੈਂ ਬਾਤ ਚਲਾਵੈ ਸੋ ਭਾਵ ਉਹ ਨਰਕਾਂ ਵਿੱਚ ਜਾਏਗਾ। ਇਸੇ ਤਰ੍ਹਾਂ ਸਤ ਸੰਗਤ ਮੈਂ ਚੀਤ ਡੁਲਾਵੈ। ਜੇ ਸੰਗਤ ਵਿੱਚ ਆ ਕੇ
ਪਰਾਈਆਂ ਇਸਤਰੀਆਂ ਦਾ ਰੂਪ ਜਾਂ ਇਸਤਰੀਆਂ ਨੇ ਮਰਦਾਂ ਦੇ ਰੂਪ ਹੀ ਵੇਖ ਛੱਡੇ। ਹਜੂਰ ਕਹਿੰਦੇ ਹਨ ਇਹਾਂ ਉਹਾਂ ਠੌਰ ਨਾ ਪਾਵੈ, ਨਾ ਹੀ ਇੱਥੇ ਕੋਈ ਠੌਰ ਮਿਲੇਗੀ ਨਾ ਹੀ ਉੱਥੇ। ਹਜੂਰ ਸਤ ਸੰਗਤ ਤਾਂ ਸਾਨੂੰ ਕਰਨੀ ਨਹੀਂ ਆਉਂਦੀ। ਹਜੂਰ ਅੱਗੇ ਅਰਦਾਸ ਕਰੀਏ ਇਸੇ ਤਰ੍ਹਾਂ ਹੀ ਸਾਧ ਸੰਗਤ। ਸਾਧ ਸੰਗ ਕਬੂ ਨਹੀਂ ਕੀਨਾ। ਮਹਾਰਾਜ ਜੀ ਸਾਧ ਸੰਗਤ ਕਬਹੂ ਨਹੀਂ ਕੀਨਾ। ਹਜੂਰ ਸਾਧੂਆਂ ਦਾ ਤਾਂ ਸੰਗ ਕਦੇ ਕੀਤਾ ਹੀ ਨਹੀਂ। ਹਜੂਰ ਕਹਿੰਦੇ ਹਨ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੋ ਹਜੂਰ ਦੇ ਪ੍ਰੇਮ ਵਾਲੇ ਸਾਧੂ ਹਨ ਉਹਨਾਂ ਦੇ ਤਾਂ ਦਰਸ਼ਨ ਕੀਤਿਆਂ ਹੀ ਨਿਹਾਲ ਹੋ ਜਾਈਦਾ ਹੈ। ਕੋਈ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ। ਪਰ ਹਜੂਰ ਮੇਰੇ ਮਨ ਦੀ ਹਾਲਤ ਐਸੀ ਹੈ, ਮੈਂ ਬਾਣਾ ਵੇਖ ਕੇ ਦੂਰੋਂ ਹੀ ਕਹਿ ਦਿੰਦਾ ਹਾਂ ਪਖੰਡੀ ਹੋਵੇਗਾ। ਮਹਾਰਾਜ ਜੀ ਇਹ ਮੇਰੇ ਮਨ ਦੀ ਹਾਲਤ ਹੈ। ਕਦੇ ਉਹਨਾਂ ਨਾਲ ਗੱਲ ਕਰਕੇ ਵੇਖੀ ਹੈ ਕਿਹੜੀ ਅਵਸਥਾ ਦੇ ਉਹ ਮਾਲਕ ਹਨ। ਕਈ ਵਾਰ ਖਾਲਸਾ ਜੀ ਉਹ ਨਿਮਰਤਾ ਵਿੱਚ ਹੀ ਸੀਸ ਝੁਕਾਈ ਰੱਖਦੇ ਹਨ। ਦੁਨਿਆਵੀ ਲੋਕ ਸੋਚਦੇ ਹਨ ਕਈ ਵਾਰ ਉਹਨਾਂ ਦਾ ਪਿਛਲਾ ਜੀਵਨ ਦੇਖ ਕੇ ਮੈਂ ਜਾਣਦਾ ਹਾਂ ਇਹਨੂੰ, ਇਹ ਤਾਂ ਮੇਰੇ ਨਾਲ ਹੀ ਰਹਿੰਦਾ ਸੀ, ਇਹ ਹੁਣ ਬਾਬਾ ਬਣਿਆ ਫਿਰਦਾ ਹੈ। ਹਜੂਰ ਕਹਿੰਦੇ ਹਨ ਸਾਧ ਸੰਗ ਕਬਹੂ ਨਹੀਂ ਕੀਨਾ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜੇ ਸਾਧੂਆਂ ਦੀ ਸੰਗਤ ਦਾ ਫਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਜੋ ਇੱਛਾ ਸੋਈ ਫਲ ਪਾਵੈ, ਸਾਧ ਕੋ ਸੰਗ ਨਾ ਬਿਰਥਾ ਜਾਵੈ। ਜੇ ਕਿਤੇ ਸਾਧੂਆਂ ਸੰਗਤ ਕਰ ਲਿੱਤੀ ਜਾਵੇ ਜੋ ਵੀ ਮਨ ਵਿੱਚ ਭਾਵਨਾ ਹੋਵੇ ਉਹ ਪੂਰੀ ਹੋ ਜਾਂਦੀ ਹੈ। ਅਤੇ ਖਾਲਸਾ ਜੀ ਜੇ ਕੋਈ ਮਾੜੀ ਭਾਵਨਾ ਹੋਵੇ ਤਾਂ ਉਹ ਖਾਲਸਾ ਜੀ ਨਾਸ਼ ਵੀ ਹੋ ਜਾਂਦੀ ਹੈ। ਆਪ ਜੀਆਂ ਨੇ ਅੱਗੇ ਵੀ ਪ੍ਰਸੰਗ ਸੁਣਿਆ ਸੀ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਪਾਸ ਜਦੋਂ ਪਠਾਨ ਆਇਆ ਸੀ, ਜਵਾਨ ਇਸਤਰੀ ਵਿਆਹੁਣ ਦੀ ਲਾਲਸਾ ਸੀ, ਤਾਂ ਖਾਲਸਾ ਜੀ ਸੰਤਾਂ ਨੂੰ ਕਹਿੰਦਾ ਆ ਕੇ, ਕਿਉਂਕਿ ਮਨ ਦੇ ਵਿੱਚ ਖਾਲਸਾ ਜੀ ਲਾਲਸਾ ਇਹੀ ਲੈ ਕੇ ਆ ਗਿਆ, ਕਹਿੰਦਾ ਹੈ ਮਹਾਂਪੁਰਸ਼ੋ ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹੋ, ਮੇਰੀ ਵੀ ਪੂਰੀ ਕਰੋ। ਆਪ ਉਹ ਮੁਸਲਮਾਨ ਸੀ ਪਰ ਹਿੰਦੂਆਂ ਦੀ ਭਾਵ ਲੜਕੀ ਪਸੰਦ ਆ ਗਈ। ਮਹਾਂਪੁਰਸ਼ਾਂ ਨੇ ਆਖਿਆ ਸੀ ਮੂਲ ਮੰਤਰ ਦਾ ਜਾਪ ਕਰਿਆ ਕਰ ਗੁਪਤ ਰਸਨਾ ਨਾਲ 40 ਦਿਨ ਕਰੀ। ਜਿਵੇਂ ਜਿਵੇਂ ਦਿਨ ਦਿਨ ਜਾਪ ਕਰਦਾ ਗਿਆ 40ਵੇਂ ਦਿਨ ਖਾਲਸਾ ਜੀ ਐਸਾ ਗਿਆਨ ਪ੍ਰਕਾਸ਼ ਹੋਇਆ, ਉਸ ਲੜਕੀ ਨੂੰ ਆਪਣੀ ਬੇਟੀ ਬਣਾ ਕੇ ਭਾਵ ਆਨੰਦ ਕਾਰਜ ਕਰਕੇ ਅਗਲੇ ਘਰ ਤੋਰਿਆ। ਮਹਾਰਾਜ ਜੀ ਕਹਿੰਦੇ ਹਨ ਹਜੂਰ ਅੱਗੇ ਅਰਦਾਸ ਕਰਿਆ ਕਰੋ, ਹਜੂਰ ਸਾਧੂਆਂ ਨੂੰ ਵੀ ਮੈਂ ਮਖੌਲ ਕਰ ਛੱਡੇ ਹਨ, ਸਾਧ ਸੰਗ ਕਬਹੂ ਨਹੀਂ ਕੀਨਾ। ਮਹਾਰਾਜ ਜੀ ਆਪ ਕਹਿੰਦੇ ਹੋ ਸਾਧ ਜਨਾ ਕੀ ਅਚਰਜ ਕਥਾ, ਉਹਨਾਂ ਦੀ ਤਾਂ ਕਥਾ ਵੀ ਅਚਰਜ ਹੈ, ਕਹਿਣ ਵਿੱਚ ਨਹੀਂ ਆਉਂਦੀ। ਪਰ ਮਹਾਰਾਜ ਜੀ ਮੈਂ ਉਹਨਾਂ ਦਾ ਕਦੇ ਸੰਗ ਕੀਤਾ ਹੀ ਨਹੀਂ, ਕਿਉਂਕਿ ਖਾਲਸਾ ਜੀ ਸਾਧ ਨਾਮ ਮਨ ਕੀ ਇਕਾਗਰਤਾ ਕੋ ਬਖਾਨੀ ਹੈ। ਭਾਵ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੁੰਦਾ ਹੈ ਉਹਨਾਂ ਦਾ ਮਨ ਕਦੇ ਧੌਂਦਾ ਨਹੀਂ। ਜਿਸ ਤਰ੍ਹਾਂ ਪਿਆਰ ਦੀ ਮੂਰਤ ਹੋਇਆ ਕਰਦੇ ਹਨ ਸਾਧੂ, ਖਿਮਾ ਦਾ ਸਮੁੰਦਰ ਹੋਇਆ ਕਰਦੇ ਹਨ, ਦਰਸ਼ਨ ਕਰਦਿਆਂ ਹੀ ਖਾਲਸਾ ਜੀ ਐਸੇ ਮਹਾਂਪੁਰਸ਼ ਹਨ ਮੁਖ ਚੋਂ ਵਾਹਿਗੁਰੂ ਨਿਕਲਦਾ ਹੈ ਉਹਨਾਂ ਦੇ ਦਰਸ਼ਨ ਕਰਦਿਆਂ ਹੀ। ਸਾਧ ਸੰਗ ਸਾਧ ਸੰਗ ਕਬੂ ਨਹੀਂ ਕੀਨਾ। ਜਿਸ ਤਰ੍ਹਾਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਫੁਨਹੇ ਬਾਣੀ ਜੋ ਹਜੂਰ ਨੇ ਮਉ ਨਗਰ ਵਿੱਚ ਉਚਾਰੀ ਸੀ, ਜਿਸ ਸਮੇਂ ਮਾਤ ਗੰਗਾ ਜੀਆਂ ਨੂੰ ਹਜੂਰ ਆਨੰਦ ਕਾਰਜ ਕਰਨ ਵਾਸਤੇ ਗਏ ਸੀ, ਉਸ ਸਮੇਂ ਖਾਲਸਾ ਜੀ ਮਾਤਾ ਗੰਗਾ ਜੀਆਂ ਦੇ ਵੱਡੇ ਭੈਣ ਜੀ ਮਾਤਾ ਹਰਹਾ ਜੀ ਜਿਸ ਸਮੇਂ ਹਜੂਰ ਨੂੰ ਪੁੱਛਦੇ ਹਨ, ਉਸ ਸਮੇਂ ਦੀਆਂ ਰਵਾਇਤਾਂ ਸਨ, ਗੀਤ ਆਦਿਕ ਸੁਣਿਆ ਕਰਦੇ ਸਨ। ਹਜੂਰ ਨੂੰ ਕਹਿੰਦੇ ਹਨ ਕੋਈ ਛੰਦ ਸੁਣਾਓ ਸਾਨੂੰ, ਤਾਂ ਉਸ ਸਮੇਂ ਹਜੂਰ ਕਹਿੰਦੇ ਹਨ ਅਸੀਂ ਤੁਹਾਨੂੰ ਸੁਣਾਉਨੇ ਹਾਂ ਜੋ ਸਾਡੇ ਘਰ ਵਿੱਚ ਛੰਦ ਸੁਣਾਏ ਜਾਂਦੇ ਹਨ। ਹਜੂਰ ਨੇ ਬਾਣੀ ਉਚਾਰਨ ਕੀਤੀ ਸੀ, ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ। ਹਜੂਰ ਕਹਿੰਦੇ ਹਨ ਜੋ ਨੈਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਨਹੀਂ ਕਰਦੇ, ਸਾਧੂਆਂ ਦੇ ਦਰਸ਼ਨ ਨਹੀਂ ਕਰਦੇ, ਉਹ ਨੈਣ ਬੇਹਾਲ ਹੁੰਦੇ ਹਨ, ਉਹਨਾਂ ਅੱਖਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਭਗਤ ਫਰੀਦ ਜੀਆਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ, ਵੇਸ਼ਵਾ ਖਾਲਸਾ ਜੀ ਇੱਕ ਸਮੇਂ ਫਕੀਰ ਭਗਤ ਜੀ ਉੱਥੋਂ ਲੰਘ ਰਹੇ ਸੀ, ਵੇਸ਼ਵਾ ਆਪਣੀ ਗੋਲੀ ਨੂੰ ਕਹਿ ਰਹੀ ਸੀ, ਭਾਵ ਉੱਚੀ ਆਵਾਜ਼ 'ਚ ਉਸ ਨੂੰ ਤਾੜ ਰਹੀ ਸੀ, ਤੂੰ ਸੁਰਮਾ ਅੱਜ ਬੜਾ ਮੋਟਾ ਪੀਸਿਆ ਹੈ, ਤੂੰ ਬਰੀਕ ਨਹੀਂ ਪੀਸਿਆ। ਇਸ ਤਰ੍ਹਾਂ ਖਾਲਸਾ ਜੀ ਭਗਤ ਫਰੀਦ ਜੀਆਂ ਦੇ ਕੰਨਾਂ ਵਿੱਚ ਆਵਾਜ਼ ਪਈ, ਫਕੀਰ ਸੀ ਬੇਪਰਵਾਹ ਸੀ, ਲੰਘ ਗਏ ਉੱਥੋਂ ਆਵਾਜ਼ ਸੁਣ ਕੇ। ਜਿਸ ਸਮੇਂ ਖਾਲਸਾ ਜੀ ਥੋੜੇ ਦਿਨਾਂ ਬਾਅਦ ਕੀ ਦੇਖਦੇ ਹਨ ਕਿ ਜੰਗਲ ਦੇ ਵਿੱਚ ਇੱਕ ਨਾ ਖੋਪੜੀ ਪਈ ਹੈ ਬੰਦੇ ਦੀ,
ਕਿਉਂਕਿ ਖਾਲਸਾ ਜੀ ਜੋ ਅੱਖਾਂ ਵਾਲੇ ਸਥਾਨ ਹੁੰਦੇ ਹਨ ਖੋਪੜੀ ਵਿੱਚ ਡੂੰਘੇ ਹੋਏ ਹੁੰਦੇ ਹਨ, ਤਾਂ ਖਾਲਸਾ ਜੀ ਫਰੀਦ ਜੀ ਦੇਖਦੇ ਹਨ ਇਹਨਾਂ ਅੱਖਾਂ ਦੇ ਵਿੱਚ ਤਾਂ ਭਾਵ ਪੰਛੀਆਂ ਨੇ ਆ ਕੇ ਆਲ੍ਹਣਾ ਪਾ ਲਿਆ ਹੈ, ਬੱਚੇ ਦੇ ਦਿੱਤੇ ਹਨ। ਫਰੀਦ ਜੀ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖਦੇ ਹਨ ਕਿ ਇਹ ਭਲਾ ਦੇਖੀਏ ਕਿ ਇੰਨੀ ਨਰਾਦਰੀ ਕਿੰਦੀ ਖੋਪੜੀ ਦੀ ਹੋ ਰਹੀ ਹੈ। ਤਾਂ ਖਾਲਸਾ ਜੀ ਉਸ ਸਮੇਂ ਫਰੀਦ ਜੀਆਂ ਨੇ ਦੇਖਿਆ ਕਿ ਇਹ ਤਾਂ ਉਹੀ ਵੇਸ਼ਵਾ ਹੈ। ਉਸ ਸਮੇਂ ਬਰਾਗ ਹੋ ਗਿਆ, ਬਾਣੀ ਉਚਾਰੀ, ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ। ਆਂਦੇ ਹਨ ਜਿਹੜੇ ਵੇਸ਼ਵਾ ਨੇ ਅੱਖਾਂ ਨਾਲ ਇਸ਼ਾਰੇ ਕਰ ਕਰਕੇ ਜਗ ਮੋਹ ਛਟਿਆ ਸੀ, ਭਾਵ ਜਿਹੜੇ ਨਹੀਂ ਵੀ ਡਿੱਗਦੇ ਉਹ ਵੀ ਇਹਨੇ ਡੇਗ ਛੱਡੇ ਸੀ। ਅਤੇ ਹਜੂਰ ਜਿਸ ਤਰ੍ਹਾਂ ਭਗਤ ਫਰੀਦ ਜੀ ਕਹਿੰਦੇ ਹਨ ਉਹ ਲੋਇਣ, ਉਹ ਅੱਖਾਂ ਮੈਂ ਅੱਜ ਵੇਖਣਾ ਕੀਤੀਆਂ ਹਨ। ਕਹਿੰਦੇ ਹਨ ਕੱਜਲ ਰੇਖ ਨਾ ਸਹਿਦੀਆ ਸੇ ਪੰਖੀ ਸੂਏ ਬਹਿਠ। ਜਿਹੜੇ ਕਦੇ ਖਾਲਸਾ ਜੀ ਮੋਟਾ ਸੁਰਮਾ ਨਾ ਸੀ ਅੱਖਾਂ ਵਿੱਚ ਸਹਿੰਦੀਆਂ, ਗੋਲੀ ਨੂੰ ਗੋਲੀ ਭਾਵ ਉਹਨੂੰ ਗੋਲੀ ਨੂੰ ਤਾੜਦੀ ਸੀ। ਕਹਿੰਦੇ ਹਨ ਭਗਤ ਫਰੀਦ ਜੀ ਦੇਖੋ ਅੱਜ ਮੈਂ ਸੰਸਾਰ ਦੇ ਲੋਕੋ ਅੱਖਾਂ ਵੇਖ ਕੇ ਆਇਆ ਹਾਂ, ਉਹਨਾਂ ਵਿੱਚ ਤਾਂ ਪੰਛੀਆਂ ਨੇ ਆਲ੍ਹਣੇ ਦੇ ਛੱਡੇ ਹਨ। ਹਜੂਰ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ ਕਿ ਮਹਾਰਾਜ ਜੀ ਸਾਧ ਸੰਗ ਕਬਹੂ ਨਹੀਂ ਕੀਨਾ, ਜੋ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਭਾਵ ਹਜੂਰ ਕਹਿੰਦੇ ਹਨ ਉਹ ਨੇਤਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਬਾਜਾਂ ਵਾਲੇ ਪਿਤਾ ਜੀਆਂ ਨੇ ਜਿਸ ਤਰ੍ਹਾਂ ਬਚਨ ਕੀਤੇ ਹਨ ਕਿ 2 ਟਾਈਮ ਸਤ ਸੰਗਤ ਕਰਨੀ, ਜਿਸ ਤਰ੍ਹਾਂ ਹਜੂਰ ਨੇ ਫਿਰ ਆਖਿਆ ਸੀ ਜੇ 2 ਟਾਈਮ ਨਾ ਹੋ ਸਕੇ 1 ਟਾਈਮ ਹਜੂਰ ਦਾ ਆ ਕੇ ਜ਼ਰੂਰ ਦਰਸ਼ਨ ਕਰਨਾ, ਇਸੇ ਨਾਲ ਹੀ ਕਲਿਆਣ ਹੋ ਜਾਂਦੀ ਹੈ। ਸਾਧ ਸੰਗ ਕਬੂ ਨਹੀਂ ਕੀਨਾ। ਇਸੇ ਤਰ੍ਹਾਂ ਖਾਲਸਾ ਜੀ ਸਾਧ ਸੰਗ ਕਬਹੂ ਨਹੀਂ ਕੀਨਾ। ਮਹਾਰਾਜ ਜੀ ਸਾਧੂਆਂ ਦਾ ਸੰਗ ਹਜੂਰ ਸੁਪਨੇ ਵਿੱਚ ਵੀ ਨਹੀਂ ਕਦੇ ਸੋਚਿਆ ਕਰਨ ਬਾਬਤ। ਨਹਿ ਕੀਰਤ ਪ੍ਰਭ ਗਾਈ। ਨਾ ਹੀ ਹਜੂਰ ਆਪ ਜੀਆਂ ਦੀ ਕੀਰਤੀ ਗਾਈ ਹੈ। ਹਜੂਰ ਦੇ ਜਿਸ ਤਰ੍ਹਾਂ ਬਚਨ ਹਨ ਵਾਹਿਗੁਰੂ ਜਪਿਆ ਕਰ, ਮਹਾਰਾਜ ਜੀ ਉਹ ਤਾਂ ਸਾਨੂੰ ਜਪਣਾ ਹੀ ਨਹੀਂ ਆਉਂਦਾ। ਜਿਸ ਤਰ੍ਹਾਂ ਬਚਨ ਆਉਂਦੇ ਹਨ ਜੈਸੇ 68 ਤੀਰਥ ਪਰਸ ਕੀਓ ਜੁਗ 4 ਚਰਿਓ ਕਹਿਲਾਸ਼ ਰਹਿਓ। ਜਿਸ ਤਰ੍ਹਾਂ ਖਾਲਸਾ ਜੀ ਇੱਕ ਵਾਰੀ ਵਾਹਿਗੁਰੂ ਕਹਿਣ ਦਾ ਇੰਨਾ ਮਹਾਤਮ ਹੈ ਜਿੱਦਾਂ 68 ਤੀਰਥਾਂ ਦਾ ਇਸ਼ਨਾਨ ਕਰ ਲਿੱਤਾ ਜਾਵੇ। 4 ਯੁੱਗ ਜਿਸ ਤਰ੍ਹਾਂ ਖਾਲਸਾ ਜੀ ਕੈਲਾਸ਼ ਪਰਬਤ ਜੋ ਸ਼ਿਵਜੀ ਦਾ ਪਰਬਤ ਮੰਨਿਆ ਜਾਂਦਾ ਹੈ ਉਹਦੇ ਤੇ ਬਰਫੀਲੇ ਪਹਾੜ ਤੇ ਚੜ੍ਹ ਕੇ ਤਪੱਸਿਆ ਕੀਤੀ ਜਾਵੇ। ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਭੰਗ ਠਇਓ। ਭਾਵ ਜਿਸ ਤਰ੍ਹਾਂ ਲੱਖਾਂ ਹੀ ਕੁਰਕਸ਼ੇਤਰ ਦੀ ਧਰਤੀ ਤੇ ਅਸਵਮੇਧ ਜਗ ਕੀਤੇ ਜਾਣ ਵੱਡੇ ਵੱਡੇ, ਜੈਸੇ ਕੋਟ ਬਰਸ ਤਪ ਉਰਦਮੁਖੀ। ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਪੁੱਠਾ ਲਟਕ ਕੇ ਰੁੱਖ ਦੇ ਨਾਲ ਤਪ ਕੀਤੇ ਜਾਂਦੇ ਹਨ। ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਕਰੋੜਾਂ ਸਾਲ ਪੁੱਠਾ ਲਟਕ ਕੇ ਤਪ ਕੀਤਾ ਜਾਵੇ। ਬੈਸੰਤਰ ਮੇ ਤਨ ਦਾਹ ਦਿਓ, ਭਾਵ ਅੱਗ ਦੇ ਵਿੱਚ ਆਪਣਾ ਸਰੀਰ ਸਾੜ ਦਿੱਤਾ ਜਾਵੇ। ਕਈ ਜਿਸ ਤਰ੍ਹਾਂ ਕੋਲਿਆਂ ਤੇ ਵੀ ਚੱਲਦੇ ਹਨ। ਫੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ਼੍ਰੀ ਵਾਹਿਗੁਰੂ ਕਹਿਓ। ਹਜੂਰ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਹ ਮੰਤਰ ਗੁਰ ਖਾਲਸੇ ਦੀਨਾ, ਭਾਵ ਉਹ ਮੰਤਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਖਾਲਸੇ ਨੂੰ ਦਿੱਤਾ ਹੈ ਕਿ ਇੰਨਾ ਮਹਾਤਮ ਜੋ ਖਾਲਸਾ ਜੀ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਇਹਨਾਂ ਸਾਰੇ ਕੋਟ ਤਪਾਂ ਦਾ ਮਿਲਦਾ ਹੈ। ਹਜੂਰ ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਸਭ ਤੇ ਉੱਚਾ ਜਾਨੀਐ ਲੇਤ ਨਾ ਦੀਜੈ ਕੀਜੈ ਦੇਰ। ਇਸ ਤਰ੍ਹਾਂ ਸਭ ਤੋਂ ਉੱਚਾ ਨਾਮ ਜਾਣ ਕੇ ਦੇਰੀ ਨਹੀਂ ਕਰਨੀ ਚਾਹੀਦੀ। ਜਿਸ ਤਰ੍ਹਾਂ ਹਜੂਰ ਫਰਮਾ ਰਹੇ ਹਨ ਸਾਧ ਸੰਗ ਕਬਹੂ ਨਹਿ ਕੀਨਾ ਨਹਿ ਕੀਰਤ ਪ੍ਰਭ ਗਾਈ। ਮਹਾਰਾਜ ਜੀ ਜੋ ਮੇਰੀ ਸੰਗਤ ਹੈ ਉਹ ਦੁਸ਼ਟਾਂ ਤੇ ਚੋਰਾਂ ਵਾਲੀ ਹੈ। ਹਜੂਰ ਮੈਨੂੰ ਉੱਥੇ ਸਵਾਦ ਆਉਂਦਾ ਹੈ ਤੇ ਆਪ ਜੀਆਂ ਦੀ ਜੋ ਸਤ ਸੰਗਤ ਹੈ ਮਹਾਰਾਜ ਜੀ ਇੱਥੇ ਆਉਂਦਿਆਂ ਹੀ ਮੇਰੇ ਤੋਂ ਬੈਠਾ ਹੀ ਨਹੀਂ ਜਾਂਦਾ। ਸਾਧ ਸੰਗ ਕਬੂ ਨਹੀਂ ਕੀਨਾ। ਅਤੇ ਹਜੂਰ ਜਿਸ ਤਰ੍ਹਾਂ ਖਾਲਸਾ ਜੀ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ। ਜਿਹੜੇ ਸਾਧੂ ਮਹਾਤਮਾ ਹੁੰਦੇ ਹਨ ਸੁਤੇ ਹੀ ਖਾਲਸਾ ਜੀ ਜੇ ਕੋਈ ਵੀ ਕਰਮ ਕਰਦੇ ਹੋਣ, ਭਾਵ ਕੁਝ ਵੀ ਕਰਦੇ ਹੋਣ, ਉਹ ਵੀ ਜੀਵ ਮਾਤਰ ਵਾਸਤੇ ਉਪਦੇਸ਼ ਹੁੰਦਾ ਹੈ। ਜੇ ਸੈਰ ਕਰਦੇ ਹੋਣ ਤਾਂ ਵੀ ਖਾਲਸਾ ਜੀ ਲੋਕ ਉਹਨਾਂ ਵੱਲ ਤੱਕ ਤੱਕ ਕੇ ਨਿਹਾਲ ਹੁੰਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਜੋ ਹੱਸ ਵੀ ਦੇਣ ਤਾਂ ਜਗਤ ਜਲੰਦੇ ਦਾ ਕਲਿਆਣ ਹੁੰਦਾ ਹੈ। ਇਸੇ ਤਰ੍ਹਾਂ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ। ਇਸ ਤਰ੍ਹਾਂ ਸਾਧੂ ਮਹਾਤਮਾ ਨਾਮ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ। ਅੰਗਾਂ ਪ੍ਰਤੰਗਾਂ ਦੀ ਸੂਝੀ ਹੀ ਨਹੀਂ ਰਹਿੰਦੀ।
ਜਿਸ ਤਰ੍ਹਾਂ ਭਾਈ ਮਣੀ ਸਿੰਘ ਜੀਆਂ ਦੇ ਬੰਦ ਕੱਟੇ ਜਾ ਰਹੇ ਸਨ, ਵਾਹਿਗੁਰੂ ਨਾਮ ਵਿੱਚ ਐਸੇ ਮਗਨ ਹਨ ਭਾਈ ਮਣੀ ਸਿੰਘ ਜੀ। ਕਹਿੰਦੇ ਹਨ, ਤੂੰ ਬੰਦ ਕੋ ਜਾਣਤ ਨਾ ਹੈ, ਤੈਨੂੰ ਪਤਾ ਨਹੀਂ ਬੰਦ ਕਿਵੇਂ ਕੱਟੀ ਦੇ ਹਨ। ਇੱਧਰ ਭਾਈ ਮਤੀ ਦਾਸ ਜੀ ਕਹਿੰਦੇ ਹਨ, ਜਪਜੀ ਸਾਹਿਬ ਦੇ ਅਭਿਆਸੀ ਹਨ, ਸੀਸ ਤੇ ਆਰਾ ਫਿਰ ਰਿਹਾ ਹੈ। ਕਹਿੰਦੇ ਹਨ, ਮੋਹਿ ਆਰਾ ਪਿਆਰਾ ਲਗਤ ਹੈ। ਹੈਰਾਨ ਰਹਿ ਜਾਂਦੀਆਂ ਹਨ ਦਿੱਲੀ ਦੀਆਂ ਸੰਗਤਾਂ। ਇਸੇ ਤਰ੍ਹਾਂ ਖਾਲਸਾ ਜੀ ਭਾਈ ਦਿਆਲਾ ਜੀ ਸੁਖਮਣੀ ਸਾਹਿਬ ਦੇ ਅਭਿਆਸੀ ਹਨ। ਆਲੂ ਵਾਂਗੂ ਦੇਗ ਚੋਂ ਬਾਲੇ ਜਾਂਦੇ ਹਨ, ਸੁਖਮਣੀ ਸਾਹਿਬ ਦਾ ਪਾਠ ਕਰਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਇਸੇ ਤਰ੍ਹਾਂ ਭਾਈ ਸਤੀ ਦਾਸ ਜੀ, ਜਿਸ ਤਰ੍ਹਾਂ ਖਾਲਸਾ ਜੀ ਰੂਹ ਵਿੱਚ ਲਪੇਟ ਕੇ ਉਹਨਾਂ ਨੂੰ ਭਾਵ ਸਾੜਿਆ ਜਾਂਦਾ ਹੈ, ਸ਼ਹੀਦ ਕੀਤਾ ਜਾਂਦਾ ਹੈ, ਮੁਖ ਤੋਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ, ਕਿਉਂਕਿ ਖਾਲਸਾ ਜੀ ਇੰਨੇ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ, ਅੰਗਾਂ ਪ੍ਰਤੰਗਾਂ ਦੀ ਸੋਝੀ ਨਹੀਂ ਰਹਿੰਦੀ। ਹਜ਼ੂਰ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ ਕਿ ਸਾਧੂਆਂ ਦੀ ਸੰਗਤ ਕਰਿਆ ਕਰ ਤੇ ਨਾਲੇ ਅਕਾਲ ਪੁਰਖ ਵਾਹਿਗੁਰੂ ਦੇ ਤੂੰ ਗੁਣ ਗਾਇਆ ਕਰ। ਜਨ ਨਾਨਕ ਮੈਂ ਨਾਹਿ ਕੋ ਗੁਣ, ਨਹਿ ਕੀਰਤ ਪ੍ਰਭ ਗਾਈ। ਜਿਸ ਤਰ੍ਹਾਂ ਖਾਲਸਾ ਜੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜੋ ਮਹਾਂਪੁਰਸ਼ ਹੋਏ ਹਨ, ਜਿੰਨੇ ਵੀ ਪੁਰਾਤਨ ਮਹਾਂਪੁਰਸ਼ ਹੋਏ ਹਨ, ਉਹਨਾਂ ਨੇ ਵਾਹਿਗੁਰੂ ਮੰਤਰ ਦਾ ਸਾਧ ਸੰਗਤ ਜੀ ਬੜਾ ਅਭਿਆਸ ਕੀਤਾ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਰਾਜਸਥਾਨ ਦੀ ਧਰਤੀ ਤੇ ਇੱਕ ਵਾਰੀ ਚਲੇ ਜਾਂਦੇ ਤਾਂ ਉੱਥੇ ਖਾਲਸਾ ਜੀ ਰਾਜਸਥਾਨ ਦੇ ਵਿੱਚ ਇੱਕ ਤਾਂਤਰਿਕ ਸੀ, ਜੋ ਦੇਖਿਆ ਉਸਨੇ ਕਿ ਜਦੋਂ ਬਾਬਾ ਜੀ ਉੱਥੇ ਗਏ, ਬਾਬਾ ਜੀਆਂ ਦਾ ਤੇਜ ਪ੍ਰਤਾਪ ਹੋ ਗਿਆ। ਪਹਿਲਾਂ ਸੰਗਤਾਂ ਤਾਂਤਰਿਕ ਪਾਸ ਜਾਂਦੀਆਂ ਸੀ, ਹੁਣ ਮਹਾ ਸੰਤਾਂ ਦਾ ਤੇਜ ਪ੍ਰਤਾਪ ਦੇਖ ਕੇ ਇਹਨਾਂ ਪਾਸ ਆਉਣੀਆਂ ਸ਼ੁਰੂ ਹੋ ਗਈਆਂ। ਜਿਸ ਸਮੇਂ ਖਾਲਸਾ ਜੀ ਤਾਂਤਰਿਕ ਨੇ ਦੇਖਿਆ ਕਿ ਹੁਣ ਤਾਂ ਮੇਰੀ ਗੱਡੀ ਚੱਲਣੀ ਨਹੀਂ, ਇਹਨੇ ਇੱਧਰੋਂ ਆਪਣਾ ਪੂਰਾ ਤਾਂਤਰਿਕ ਦਾ ਜ਼ੋਰ ਲਾ ਦਿੱਤਾ। ਜਿਸ ਤਰ੍ਹਾਂ ਖਾਲਸਾ ਜੀ ਪਹਿਲੇ ਦਿਨ ਆਇਆ, ਸਾਧੂ ਮੰਜੇ ਤੇ ਆਪਣੀ ਮੌਜ ਵਿੱਚ ਬੈਠੇ ਸੀ, ਇਹਨੇ ਚਾਹਿਆ ਕਿ ਮੰਜਾ ਪਲਟਾ ਦੇਵਾਂ, ਪੂਰਾ ਜ਼ੋਰ ਲਾਇਆ, ਕੁਝ ਨਾ ਹੋਇਆ, ਨਿਰਾਸ਼ ਹੋ ਕੇ ਵਾਪਸ ਚਲੇ ਗਿਆ। ਸਾਧੂਆਂ ਨੂੰ ਕੁਝ ਮਹਿਸੂਸ ਤਾਂ ਹੋਇਆ, ਪਰ ਨਾਮ ਦੇ ਵਿੱਚ ਉਸੇ ਤਰ੍ਹਾਂ ਆਪਣੇ ਸੁਰ ਤੇ ਜੋੜੇ ਰੱਖੇ। ਦੂਜੇ ਦਿਨ ਫਿਰ ਆਇਆ ਤਾਂ ਖਾਲਸਾ ਜੀ ਸਾਧੂਆਂ ਨੂੰ ਪਤਾ ਲੱਗ ਗਿਆ, ਪਰ ਕੁਝ ਨਾ ਆਖਿਆ। ਜਿਸ ਸਮੇਂ ਤੀਜੇ ਦਿਨ ਆਇਆ ਤਾਂ ਮੰਜਾ ਪਲਟਾਉਣਾ ਚਾਹਿਆ। ਸਾਧੂਆਂ ਨੇ ਖਾਲਸਾ ਜੀ ਫਿਰ ਜਿਸ ਤਰ੍ਹਾਂ ਵੀਰ ਰਸ ਚ ਆ ਕੇ ਵਾਹਿਗੁਰੂ ਆਖਿਆ, ਉੱਥੇ ਹੀ ਪਲਟ ਕੇ ਤਾਂਤਰਿਕ ਥੱਲੇ ਡਿੱਗ ਪਿਆ। ਫਿਰ ਦੂਜੀ ਰੀ ਵਾਹਿਗੁਰੂ ਆਖਿਆ ਤੇ ਖੇਤਾਂ ਵਿੱਚ ਘੜੀਸੇ ਜਾਣ ਲੱਗਾ। ਫਿਰ ਵਾਹਿਗੁਰੂ ਆਖਿਆ ਤੇ ਉਸੇ ਤਰ੍ਹਾਂ ਖਾਲਸਾ ਜੀ ਫਿਰ ਜਦੋਂ ਚਰਨਾਂ ਵਿੱਚ ਆ ਕੇ ਢਹਿ ਪਿਆ, ਕਿਉਂਕਿ ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਜੋ ਵਾਹਿਗੁਰੂ ਮੰਤਰ ਹੈ, ਇਹ ਸਾਰਿਆਂ ਮੰਤਰਾਂ ਦਾ, ਤੰਤਰਾਂ ਦਾ, ਜੰਤਰਾਂ ਦਾ ਸਭ ਦਾ ਸ੍ਰੇਸ਼ਟ ਮੰਤਰ ਹੈ। ਹਜ਼ੂਰ ਕਹਿੰਦੇ ਹਨ, ਨਹਿ ਕੀਰਤ ਪ੍ਰਭ ਗਾਈ। ਤੂੰ ਕਦੇ ਗਾ ਕੇ ਵੇਖਿਆ ਹੀ ਨਹੀਂ, ਤੈਨੂੰ ਭਰੋਸਾ ਹੀ ਨਹੀਂ ਹੁੰਦਾ। ਤੂੰ ਕਹਿੰਦਾ ਹੈ ਜੇ ਮੈਂ ਵਾਹਿਗੁਰੂ ਮੰਤਰ ਜਪਿਆ ਤੇ ਮੇਰੇ ਕੰਮ ਕੌਣ ਕਰੇਗਾ, ਤੇ ਹੁਣ ਤਾਂ ਟਾਈਮ ਹੀ ਨਹੀਂ ਮਿਲਦਾ। ਜਨ ਨਾਨਕ ਮੈਂ ਨਾਹਿ ਕੋ ਗੁਣ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਹੁਣ ਸਾਨੂੰ ਜਿਸ ਤਰ੍ਹਾਂ ਦੱਸ ਰਹੇ ਹਨ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੀਏ, ਹਜੂਰ ਐਸਾ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈਗਾ ਜਿਸ ਕਰਕੇ ਆਪ ਜੀਆਂ ਦਾ ਪ੍ਰੇਮ ਲੱਗ ਸਕੇ। ਰਾਖ ਲਿਹੋ ਸਰਨਾਈ। ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਵਿੱਚ ਹੀ ਸਾਨੂੰ ਰੱਖ ਲਿਓ। ਜਿਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀਆਂ ਨੇ ਆਖਿਆ ਹੈ, ਜੈਸੇ ਜਲ ਮਹਿ ਕਮਲ ਨਿਰਾਲ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਿਸ ਤਰ੍ਹਾਂ ਖਾਲਸਾ ਜੀ ਇਹ ਸੰਸਾਰ ਦੇ ਵਿੱਚ ਰਹਿਣ ਦੀ ਵਿਧੀ ਦੱਸੀ ਹੈ, ਜਿਸ ਦਾ ਕਮਲ ਦਾ ਫੁੱਲ ਜਿਸ ਤਰ੍ਹਾਂ ਚਿੱਕੜ ਵਿੱਚ ਰਹਿੰਦਾ ਹੋਇਆ ਵੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਮੁਰਗਾਈ ਪੰਛੀ ਮੁਰਗਾਬੀ, ਜਿਸ ਤਰ੍ਹਾਂ ਖਾਲਸਾ ਜੀ ਉਹਦੇ ਖੰਭ ਥੱਲੇ ਪਾਣੀ ਨੂੰ ਸਪਰਸ਼ ਤਾਂ ਹੁੰਦੇ ਹਨ, ਪਾਣੀ ਦੇ ਨਾਲ ਲੱਗ ਕੇ ਉੱਡਦਾ ਹੈ, ਪਰ ਖਾਲਸਾ ਜੀ ਪਾਣੀ ਉਹਦੇ ਖੰਭਾਂ ਨੂੰ ਕਦੇ ਸਪਰਸ਼ ਨਹੀਂ ਹੁੰਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਹਨ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਮਹਾਰਾਜ ਜੀ ਸੁਰਤ ਨੂੰ ਸ਼ਬਦ ਵਿੱਚ ਕਿਵੇਂ ਜੋੜਨਾ ਹੈ, ਹਜੂਰ ਇਹ ਸਾਨੂੰ ਸੋਝੀ ਨਹੀਂ ਕਦੇ ਆਈ। ਹੋਰ ਸਾਰੀਆਂ ਅਕਲਾਂ ਸਿੱਖ ਲਈਆਂ ਹਨ, ਹੋਰ ਬਾਕੀ ਦੇ ਕੰਮ ਕਿਸ ਤਰ੍ਹਾਂ ਕਰੀਦੇ ਹਨ ਇਹ ਸਭ ਸਿੱਖ ਲਏ ਹਨ ਮਹਾਰਾਜ ਜੀ। ਜਿਹੜੇ ਨਾ ਵੀ ਸਿੱਖਣ ਵਾਲੇ ਕੰਮ ਸਨ ਉਹ ਵੀ ਮਹਾਰਾਜ ਜੀ ਪੈਸਿਆਂ ਦੇ ਲਾਲਚ ਵਿੱਚ ਉਹ ਵੀ ਸਭ ਮੈਂ ਸਿੱਖ ਲਏ ਹਨ, ਪਰ ਮਹਾਰਾਜ ਜੀ ਸੁਰਤ ਨੂੰ ਸ਼ਬਦ ਵਿੱਚ ਕਿਵੇਂ ਟਿਕਾਉਣਾ ਹੈ ਇਹ ਤਾਂ ਕਦੇ ਮੈਂ ਸੋਚਿਆ ਹੀ ਨਹੀਂ।
ਜਨ ਨਾਨਕ ਮੈਂ ਨਾਹੇ ਕੋ ਗੁਣ। ਜਿਸ ਤਰ੍ਹਾਂ ਖਾਲਸਾ ਜੀ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਡੇ ਵਿੱਚ ਕੋਈ ਗੁਣ ਨਹੀਂ ਹੈਗਾ, ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸਰਣ ਗਹੀ ਕਿਰਪਾ ਨਿਧ ਤੇਰੀ। ਹਜੂਰ ਅੱਗੇ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੀਏ, ਮਹਾਰਾਜ ਜੀ ਇਹ ਵਿਸ਼ੇ ਵਿਕਾਰ ਮੇਰੀ ਪੱਤ ਗਵਾ ਰਹੇ ਹਨ, ਮਨ ਦੇ ਵਿੱਚ ਮੌਤ ਦਾ ਡਰ ਲੱਗਿਆ ਰਹਿੰਦਾ ਹੈ, ਹਜੂਰ ਸਾਡੀ ਰੱਖਿਆ ਕਰੋ। ਜਨ ਨਾਨਕ ਮੈਂ ਨਾਹੇ ਕੋ ਗੁਣ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੀਏ, ਜਿਸ ਤਰ੍ਹਾਂ ਖਾਲਸਾ ਜੀ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਰਦੇ ਹਨ। ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਹੋਏ ਹਨ, ਫਿਰ ਵੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ। ਅਰਦਾਸ ਕਰਿਆ ਕਰੀਏ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਮਹਾਰਾਜ ਜੀ ਮੈਂ ਅਪਰਾਧੀ ਹਾਂ, ਮਹਾਰਾਜ ਜੀ ਵੱਡਾ ਗੁਨਹਗਾਰ ਹਾਂ, ਤੇ ਮਹਾਰਾਜ ਜੀ ਆਪ ਜੀਆਂ ਤੋਂ ਬੇਮੁਖ ਹਾਂ। ਕਿਉਂਕਿ ਖਾਲਸਾ ਜੀ ਸੰਸਾਰ ਵੱਲ ਜੇ ਲੱਗੀਏ ਨਾਮ ਨਾ ਜਪੀਏ ਤਾਂ ਬੇਮੁਖ ਹੀ ਕਹੇ ਜਾਂਦੇ ਹਾਂ। ਮਹਾਰਾਜ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ। ਮਹਾਰਾਜ ਜੀ ਚੋਰ ਚੋਰ ਹਾਂ, ਯਾਰ ਭਾਵ ਵਿਭਚਾਰ ਕਰਦਾ ਹਾਂ, ਅਤੇ ਖਾਲਸਾ ਜੀ ਜੂਆ ਖੇਡਦਾ ਹਾਂ, ਤੇ ਮਹਾਰਾਜ ਜੀ ਪਰਾਏ ਘਰਾਂ ਵੱਲ ਤੱਕਦਾ ਹਾਂ। ਜਿਸ ਤਰ੍ਹਾਂ ਖਾਲਸਾ ਜੀ ਬੇਅੰਤ ਜ਼ਿਕਰ ਆਉਂਦੇ ਹਨ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ ਠਗੰਦਾ। ਮਹਾਰਾਜ ਜੀ ਨਿੰਦਕ ਨਿੰਦਾ ਬੜੇ ਪਿਆਰ ਨਾਲ ਕਰਦਾ ਹਾਂ, ਦੂਸਰੇ ਦੀ ਊਣਤਾਈ ਦੇਖ ਕੇ ਦੁਸ਼ਟਤਾਈ ਮਹਾਰਾਜ ਜੀ ਮਨ ਵਿੱਚ ਰਹਿੰਦੀ ਹੈ। ਨਿੰਦਕ ਦੁਸ਼ਟ ਹਰਾਮ ਖੋਰ, ਹਰਾਮ ਖੋਰੀ ਦਾ ਮਹਾਰਾਜ ਜੀ ਮੱਥੇ ਤੇ ਕਲੰਕ ਲੱਗਾ ਹੋਇਆ ਹੈ। ਕਿਉਂਕਿ ਹਜੂਰ ਜਿੰਦਾ ਖਾਈਏ ਉਹਦੇ ਵਫਾਦਾਰ ਰਹਿਣਾ ਚਾਹੀਦਾ ਹੈ। ਖਾਂਦੇ ਤਾਂ ਤੁਹਾਡਾ ਹਾਂ, ਪਰ ਮਹਾਰਾਜ ਜੀ ਨਾਮ ਨਹੀਂ ਜਪਦੇ। ਠੱਗ ਦੇਸ ਠਗੰਦਾ, ਠੱਗੀਆਂ ਵਿੱਚ ਮਹਾਰਾਜ ਜੀ ਮੈਂ ਬੜਾ ਚਤੁਰ ਹੋ ਗਿਆ ਹਾਂ। ਕਾਮ ਕ੍ਰੋਧ ਮਦ ਲੋਭ ਮੋਹ, ਮਹਾਰਾਜ ਜੀ ਇਹ ਪੰਜ ਵੈਰੀ ਨਾਲ ਰਹਿੰਦੇ ਹਨ ਮੇਰੇ। ਮਦ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਇਹਨਾਂ ਦਾ ਵੀ ਮੈਂ ਮਾਣ ਕਰਦਾ ਹਾਂ ਕਿ ਇਹ ਤਾਂ ਮੈਨੂੰ ਜਦੋਂ ਕ੍ਰੋਧ ਆਉਂਦਾ ਹੈ ਮੈਂ ਕਿਸੇ ਨੂੰ ਵੇਖਦਾ ਹੀ ਨਹੀਂ। ਵਿਸ਼ਵਾਸ ਘਾਤੀ ਕ੍ਰਿਤ ਘਣ, ਮਹਾਰਾਜ ਜੀ ਵਿਸ਼ਵਾਸ ਘਾਤ ਕਰ ਦਿੰਦਾ ਹਾਂ ਜੇ ਕੋਈ ਮੇਰੇ ਤੇ ਭਰੋਸਾ ਕਰੇ। ਅਕਿਰਤ ਘਣ ਮੈਂ ਕੋ ਨਾ ਰਖੰਦਾ, ਮਹਾਰਾਜ ਜੀ ਮੇਰੇ ਵਰਗੇ ਨੂੰ ਕੋਈ ਨਹੀਂ ਰੱਖ ਸਕਦਾ ਸੰਸਾਰ ਦੇ ਵਿੱਚ, ਇੰਨਾ ਮਾੜਾ ਹਾਂ। ਤਾਂ ਅਖੀਰਲੀਆਂ ਪੰਕਤੀਆਂ ਵਿੱਚ ਜਿਸ ਤਰ੍ਹਾਂ ਕਹਿੰਦੇ ਹਨ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਕਿ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਮਹਾਰਾਜ ਜੀ ਰੱਖ ਲੈਣਗੇ ਜਨ ਨਾਨਕ। ਜਨ ਨਾਨਕ ਮੈਂ ਨਾਹੇ ਕੋ ਗੁਣ। ਜਿਸ ਤਰ੍ਹਾਂ ਖਾਲਸਾ ਜੀ ਹਜੂਰ ਅੱਗੇ ਅਰਦਾਸ ਕਰੀਏ, ਹਜੂਰ ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਜੀ ਜੇ ਆਪ ਜੀਆਂ ਨੇ ਸਾਡਾ ਲੇਖਾ ਕਰਨਾ ਕੀਤਾ ਤਾਂ ਹਜੂਰ ਕਿੱਥੇ ਬਖਸ਼ੇ ਜਾਵਾਂਗੇ। ਕਿਉਂਕਿ ਮਹਾਰਾਜ ਜੀ ਕੋਈ ਸ਼ੁਭ ਗੁਣ ਕੀਤਾ ਹੀ ਨਹੀਂ ਕਦੇ, ਸਭ ਪਾਪਾਂ ਵੱਲ ਹੀ ਮਹਾਰਾਜ ਜੀ ਖਿੱਚਿਆ ਜਾ ਰਿਹਾ ਹਾਂ। ਕਾਗਦ ਲੇਖਾ ਜੋ ਕਰੋ ਕਹਾ ਪਜਾਵੋ ਨਾਥ, ਔਗਣ ਮੇਰੇ ਬਖਸ਼ੀਏ ਮਾਥੇ ਧਰੀਏ ਹਾਥ। ਮਹਾਰਾਜ ਜੀ ਜੇ ਆਪ ਜੀਆਂ ਨੇ ਕਾਗਜ਼ ਦੇ ਨਾਲ ਸਾਡਾ ਲੇਖਾ ਕਰਨਾ ਕੀਤਾ, ਹਜੂਰ ਬਖਸ਼ੇ ਨਹੀਂ ਜਾ ਸਕਾਂਗੇ। ਆਪ ਦਇਆ ਹੀ ਕਰ ਦਵੋ, ਕਿਉਂਕਿ ਦਇਆ ਦੇ ਨਿਧ ਸਮੁੰਦਰ ਹੋ ਤੁਸੀਂ ਹਜੂਰ। ਕਿਰਪਾ ਕਰੋ ਜਨ ਨਾਨਕ ਮੈਂ ਨਾਹੇ ਕੋ ਗੁਣ, ਹਜੂਰ ਕੋਈ ਗੁਣ ਨਹੀਂ ਹੈਗਾ। ਜਨ ਨਾਨਕ ਮੈਂ ਨਾਹੇ ਕੋ ਗੁਣ। ਜਿਸ ਤਰ੍ਹਾਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜੂਰ ਨਾਲ ਇੰਨਾ ਪ੍ਰੇਮ ਕਰਦੇ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨਾਲ। ਜਿਸ ਸਮੇਂ ਲਾਹੌਰ ਦੇ ਵਿੱਚ ਸੁੰਦਰ ਇੱਕ ਅੰਬ ਦੇਖਦੇ ਹਨ, ਕੀ ਦੇਖਦੇ ਹਨ ਕਿ ਇਹ ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਖਾਣ ਵਾਲਾ ਹੈ। ਜੇ ਹਜੂਰ ਕੋਈ ਪੁਸ਼ਾਕ ਦੇਖਦੇ ਹਨ, ਇਹ ਤਾਂ ਹਜੂਰ ਦੇ ਲੈਣ ਵਿੱਚ ਫੱਬੇਗੀ। ਇੰਨਾ ਪ੍ਰੇਮ ਕਰਦੇ ਹਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਜਿਸ ਸਮੇਂ ਖਾਲਸਾ ਜੀ ਘਰ ਦੇ ਆਏ ਹਨ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਰਿਸ਼ਤੇਦਾਰਾਂ ਨੇ ਆ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਕਿਹਾ ਕਿ ਹੁਣ ਇਹਨਾਂ ਨੂੰ ਲਾਹੌਰ ਭੇਜ ਦਿੱਤਾ ਜਾਵੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਦੇ ਆਗਿਆ ਨਾ ਸੀ ਮੋੜਿਆ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ। ਜਿਸ ਸਮੇਂ ਲਾਹੌਰ ਜਾਂਦੇ ਹਨ ਤਾਂ ਖਾਲਸਾ ਜੀ ਲਾਹੌਰ ਆਗਿਆ ਮੰਨ ਕੇ ਜਾਂਦੇ ਤਾਂ ਹਨ, ਪਰ ਮਾਨੋ ਕਿ ਜਿਵੇਂ ਹੱਥ ਲਾ ਕੇ ਲਾਹੌਰ ਨੂੰ ਫਿਰ ਓਨੀ ਪੈਰੀ ਵਾਪਸ ਮੁੜ ਆਉਂਦੇ ਹਨ।
ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਦੇ ਹਨ। ਜਿਸ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਭਲਿਆ ਪੁਰਖਾ ਤੂੰ ਤਾਂ ਵਾਪਸ ਵੀ ਆ ਗਿਆ ਨਹੀਂ। ਹਜੂਰ ਅਸੀਂ ਲਾਹੌਰ ਗਏ ਹਾਂ, ਆਪ ਅੰਤਰਜਾਮੀ ਹੋ। ਮਹਾਰਾਜ ਜੀ ਆਪ ਜੀਆਂ ਤੋਂ ਬਿਨਾਂ ਸਾਨੂੰ ਕੌਣ ਰੱਖੇਗਾ। ਜਿਸ ਤਰ੍ਹਾਂ ਆਉਂਦਾ ਹੈ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੱਲ ਲਾਵਹਿੰਗੇ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਖਦੇ ਹਨ, ਹਜੂਰ ਸਾਨੂੰ ਐਸੀ ਪ੍ਰੀਤ ਲੱਗ ਗਈ ਹੈ, ਸਾਡੇ ਮਨ ਵਿੱਚ ਤਾਂਘਾਂ ਉੱਠਦੀਆਂ ਹਨ। ਮਹਾਰਾਜ ਜੀ ਆਸ ਲੱਗੀ ਰਹਿੰਦੀ ਹੈ ਕਦੋਂ ਆਪ ਜੀਆਂ ਦੇ ਚਰਨਾਂ ਨਾਲ ਸਾਡਾ ਗਲਾ ਲੱਗ ਜਾਵੇ। ਹਜੂਰ ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੱਲ ਲਾਵਹਿਗੇ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿਗੇ। ਹਜੂਰ ਜਦੋਂ ਤੁਸੀਂ ਕਿਰਪਾ ਕਰੋਗੇ ਅਸੀਂ ਹਰੀ ਦੇ ਗੁਣ ਵੀ ਗਾਉਣ ਲੱਗ ਜਾਵਾਂਗੇ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ, ਜਨ ਨਾਨਕ ਮੈਂ ਨਾਹੇ ਕੋਊ ਗੁਣ। ਹਜੂਰ ਸਾਡੇ ਵਿੱਚ ਤਾਂ ਕੋਈ ਗੁਣ ਵੀ ਨਹੀਂ ਹੈਗਾ, ਹਮ ਬਾਰਿਕ ਮੁਗਧ ਅਯਾਨ, ਪਿਤਾ ਸਮਝਾਵੇਂਗੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੁਹਾਡੇ ਬੱਚੇ ਆਣਾ, ਮੁਗਧ ਹਾਂ, ਅਯਾਨ ਹਾਂ। ਹਜੂਰ ਦੇਖੋ ਕੈਸੇ ਪ੍ਰੇਮ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ, ਪਿਤਾ ਸਮਝਾਵੇਂਗੇ। ਪਰ ਮਹਾਰਾਜ ਜੀ ਪੁੱਤਰ ਕੁਪੁੱਤਰ ਹੋ ਜਾਂਦੇ ਹਨ, ਮਾਪੇ ਕੋ ਮਾਪੇ ਨਹੀਂ ਹੁੰਦੇ। ਆਪ ਮਹਾਰਾਜ ਜੀ ਫਿਰ ਵੀ ਸਾਨੂੰ ਸਮਝਾਉਂਦੇ ਰਹਿੰਦੇ ਹੋ। ਸੁਤ ਖਿਨ ਖਿਨ ਭੂਲ ਬਿਗਾਰ, ਜਗਤ ਪਿਤ ਭਾਵਹਿਗੇ। ਮਹਾਰਾਜ ਜੀ ਖਿਨ ਖਿਨ ਮਾਤਰ ਭੁੱਲ ਜਾਂਦੇ ਹਾਂ, ਪਰ ਮਹਾਰਾਜ ਜੀ ਕਦੇ ਆਪ ਜੀਆਂ ਨੂੰ ਭਾ ਹੀ ਜਾਵਾਂਗੇ। ਹਜੂਰ ਆਪ ਕਿਰਪਾ ਕਰੋ, ਜੋ ਹਰ ਸੁਆਮੀ ਤੁਮ ਦੇਹੋ, ਸੋਈ ਹਮ ਪਾਵਹਿਗੇ। ਮੋਹਿ ਦੂਜੀ ਨਾਹੀ ਠੌਰ, ਜਿਸ ਪਹਿ ਹਮ ਜਾਵਹਿਗੇ। ਮਹਾਰਾਜ ਜੀ ਕੋਈ ਦੂਸਰਾ ਆਸਰਾ ਨਹੀਂ ਹੈਗਾ ਸੰਸਾਰ ਤੇ। ਹਜੂਰ ਕੋਈ ਰਿਸ਼ਤੇਦਾਰੀ ਨਹੀਂ, ਕੋਈ ਕੁਝ ਨਹੀਂ। ਜਦੋਂ ਤੁਹਾਡੇ ਤੋਂ ਦੂਰ ਜਾਂਦੇ ਹਾਂ ਮਹਾਰਾਜ ਜੀ ਤਾਂਘ ਲੱਗ ਜਾਂਦੀ ਹੈ ਤੁਹਾਡੇ ਦਰਸ਼ਨਾਂ ਦੀ। ਹਜੂਰ ਕਿਰਪਾ ਕਰਨ ਸਾਨੂੰ ਵੀ ਐਸੀ ਪ੍ਰੀਤ ਲੱਗ ਜਾਵੇ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਕਬੀਰ ਜੀ ਕਹਿੰਦੇ ਹਨ, ਮੈਨੂੰ ਮਰਨ ਦਾ ਚਾਹ ਹੈ ਕਿ ਮੈਂ ਹਰੀ ਦੇ ਦੁਆਰੇ ਤੇ ਜਾ ਕੇ ਮਰਾਂ। ਕਬੀਰ ਜੀ ਤੁਸੀਂ ਹਰੀ ਦੇ ਦੁਆਰੇ ਤੇ ਜਾ ਕੇ ਕਿਉਂ ਮਰਨਾ ਚਾਹੁੰਦੇ ਹੋ। ਕਬੀਰ ਜੀ ਕਹਿੰਦੇ ਹਨ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਮਤਾ ਕਿਤੇ ਹਰੀ ਪੁੱਛ ਹੀ ਲਵੇ, ਇਹ ਮੇਰੇ ਦਰਵਾਜ਼ੇ ਤੇ ਕੌਣ ਪਿਆ ਹੈ। ਇਸੇ ਵਿੱਚ ਕਬੀਰ ਜੀ ਕਹਿੰਦੇ ਹਨ, ਸਾਡਾ ਭਲਾ ਹੋ ਜਾਵੇਗਾ। ਦੇਖ ਗੁਰਸਿੱਖਾ, ਜੇ ਨਹੀਂ ਵੀ ਮਨ ਲੱਗਦਾ ਤਾਂ ਹਜੂਰ ਦੇ ਦਰਵਾਜ਼ੇ ਤੇ ਪਿਆ ਰਿਹਾ ਕਰ। ਕਦੇ ਤਾਂ ਹਜੂਰ ਕਿਰਪਾ ਕਰਨਗੇ, ਮਹਾਰਾਜ ਜੀ ਅੰਦਰ ਨਾਮ ਚਲਾ ਹੀ ਦੇਣਗੇ। ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਦੂਰੋਂ ਹੀ ਪੁੱਛ ਲਿਆ ਕਿ ਇਹ ਸਾਡੇ ਦਰਵਾਜ਼ੇ ਤੇ ਕੌਣ ਪਿਆ ਹੈ, ਇਹਦੇ ਵਿੱਚ ਹੀ ਤੇਰਾ ਲੋਕ ਪਰਲੋਕ ਸੌਰ ਜਾਏਗਾ। ਕਿਉਂਕਿ ਜਿੰਦੀ ਬਾਬਤ ਹਜੂਰ ਸੋਚ ਲੈਣ, ਉਹਦਾ ਕਿਉਂ ਨਾ ਭਲਾ ਹੋਵੇਗਾ। ਆਪਾਂ ਸੋਚਦੇ ਹਾਂ ਕਿ ਸਤ ਸੰਗਤ ਵਿੱਚ ਆਪਾਂ ਆਪ ਹੀ ਆ ਕੇ ਬੈਠ ਗਏ ਹਾਂ। ਨਹੀਂ ਖਾਲਸਾ ਜੀ, ਇਹ ਹਜੂਰ ਨੇ ਆਪਣੇ ਬਾਬਤ ਸੋਚਿਆ ਹੈ, ਇਸੇ ਕਰਕੇ ਹਜੂਰ ਦੀ ਕਿਰਪਾ ਨਾਲ ਇੱਥੇ ਬੈਠੇ ਹਾਂ। ਜੇ ਕਥਾ ਕਰਦੇ ਹਾਂ, ਕੀਰਤਨ ਕਰਦੇ ਹਾਂ, ਚਾਹੇ ਕਿਸੇ ਕਾਰਜ ਕਰਕੇ ਕਰਦੇ ਹੋਏ, ਚਾਹੇ ਲਾਲਚ ਕਰਕੇ ਕਿਤੇ ਵੀ, ਇਹ ਤਾਂ ਹਜੂਰ ਨੇ ਸਾਡੇ ਬਾਬਤ ਸੋਚ ਲਿਆ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਨਿਸ਼ਚੈ ਕਹਿ ਤਰੈਂਗੇ, ਪੂਜਬੇ ਜੋਗ ਨਾ ਔਰ ਹੈ ਦੂਸਰ, ਏਕ ਗੋਪਾਲ ਗੋਪਾਲ ਕਰੈਂਗੇ। ਯਹ ਲੋਕ ਸੁਖੀ ਪਰ ਲੋਕ ਖਲਾਸ, ਅਕਾਲ 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 ਕਰੈਂਗੇ। ਇਸੇ ਤਰ੍ਹਾਂ ਮਹਾਰਾਜ ਜੀਆਂ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਹਜੂਰ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ ਕਿ ਗੁਰਸਿੱਖਾ ਇਸ ਤਰੀਕੇ ਨਾਲ ਅਰਦਾਸ ਕਰਿਆ ਕਰ, ਜਨ ਨਾਨਕ ਮੈਂ ਨਾਹੇ ਕੋਊ ਗੁਣ, ਰਾਖ ਲਿਹੋ ਸਰਨਾਈ। ਹਜੂਰ ਆਪਣੀ ਸ਼ਰਨ ਵਿੱਚ ਰੱਖ ਲਵੋ। ਮਹਾਰਾਜ ਜੀ ਕਿਰਪਾ ਕਰਨ। ਧੰਨ ਧੰਨ ਜਾਗਤੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਾਧ ਸੰਗ ਕਬੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਜਨ ਨਾਨਕ ਮੈਂ ਨਾਹੇ ਕੋਊ ਗੁਣ, ਰਾਖ ਲਿਹੋ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਸਤਿਕਾਰਯੋਗ ਗਿਆਨੀ ਜੀ ਪਾਸੋਂ ਪਾਵਨ ਗੁਰ